ਸਾਰਾ ਅੱਗੇ ਪ੍ਰੇਮ ਦਾ ਖੇਲ। ਤਾਂਹੀਓ ਮਾਰੇ ਕਹਿੰਦੇ ਵੀ ਇਹ ਪ੍ਰੇਮ ਦੀ ਕਹਾਣੀ ਸਾਡੇ ਮਨ ਦੀ ਵੀ ਕਿਵੇਂ ਸਾਡੀ ਸੁਰਤੀ ਪਰਮਾਤਮਾ ਤੋਂ ਵਿਛੜੀ, ਕਿਵੇਂ ਮਿਲਾਪ ਹੋਇਆ। ਇਹਨੂੰ ਫਿਰ ਕਹਿੰਦੇ ਇਕੱਥ ਕਹਾਣੀ, ਪ੍ਰੇਮ ਕਹਾਣੀ। ਜਿਹਨੂੰ ਮਾਰੇ ਕਹਿੰਦੇ ਇਕੱਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੀ ਆਈ। ਵੀ ਕਿਵੇਂ ਅਸੀਂ ਪਰਮਾਤਮਾ ਤੋਂ ਵਿਛੜੇ ਸੀ, ਕਿਵੇਂ ਅਸੀਂ ਮਿਲੇ, ਅਤੇ ਫਿਰ ਉਹ ਪ੍ਰੀਤਮ ਦੀਆਂ ਵਿਚਾਰਾਂ ਮਾਲਕ ਦੀ ਵੀ ਆਓ ਸਾਰੇ ਮਿਲ ਕੇ ਵੀ ਆਪਣਾ ਜਿਹੜਾ ਪਤੀ ਪਰਮੇਸ਼ਰ ਹੈ ਵੀ ਉਹਦੀਆਂ ਹੁਣ ਆਪਾਂ ਵਡਿਆਈਆਂ ਕਰੀਏ, ਉਹਦੀਆਂ ਵਿਚਾਰ ਕਰੀਏ। ਤਾਂਹੀਓ ਮਾਰੇ ਕਹਿੰਦੇ ਫਿਰ ਗੁਰਮੁਖ ਸਖੀਆਂ ਆਪਾਂ ਸਾਰੇ ਜਿਵੇਂ ਸੰਗਤ ਰੂਪ ਦੇ ਵਿੱਚ ਇਕੱਠੇ ਹੋ ਕੇ ਫਿਰ ਆਪਾਂ ਉਹਦੇ ਗੁਣ ਗਾਉਂਦੇ ਹਾਂ, ਉਹਦੀ ਵਡਿਆਈ ਕਰਦੇ। ਮਾਰੇ ਕਹਿੰਦੇ ਬਹਿ ਸਕੀਆਂ ਜਸ ਗਾਵੇ ਗਾਵਣ ਹਾਰੀਆਂ, ਹਰ ਨਾਮ ਸਲਾਹਿਓ ਨਿਤ ਹਰ ਕੋ ਬਲਿਹਾਰੀਆਂ। ਵੀ ਫਿਰ ਜਦੋਂ ਆਪਾਂ ਉਹਦੇ ਗੁਣਾਂ ਤੋਂ ਜਾਣੂ ਹੁੰਦੇ ਹਾਂ, ਫਿਰ ਆਪਾਂ ਉਹਦੇ ਬਲਿਹਾਰ ਜਾਂਦੇ ਹਾਂ ਵੀ ਮਾਲਕ ਸਾਡਾ ਕਿੰਨਾ ਖਿਆਲ ਰੱਖਦਾ, ਕਿੰਨਾ ਉਹ ਸਾਡੇ ਨਾਲ ਪਿਆਰ ਕਰਦਾ। ਸੋ ਇਸ ਵਾਸਤੇ ਵੀ ਜਿੰਨਾ ਪਿਆਰ ਮਾਲਕ ਆਪਣੇ ਨਾਲ ਕਰਦਾ ਹੈ ਉਹਨਾਂ ਸੰਸਾਰ ਦੇ ਵਿੱਚ ਕੋਈ ਕਿਸੇ ਨਾਲ ਨਹੀਂ ਕਰ ਸਕਦਾ। ਚਾਹੇ ਆਪਣੇ ਦੁਨਿਆਵੀ ਮਾਂ ਪਿਓ ਨੇ, ਚਾਹੇ ਭੈਣ ਭਰਾ ਨੇ, ਕੋਈ ਵੀ, ਚਾਹੇ ਧੀਆਂ ਪੁੱਤਰ ਨੇ। ਸਤਿਗੁਰੂ ਕਹਿੰਦੇ ਵੀ ਜਿੰਨਾ ਪ੍ਰੇਮ ਮਾਲਕ ਨੇ ਸਾਨੂੰ ਕਰਨਾ ਉਹਨਾਂ ਕੋਈ ਕਿਸੇ ਨੂੰ ਨਹੀਂ ਕਰ ਸਕਦਾ। ਤਾਂਹੀਓ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਗੁਸਾਈ ਮਹੇਂਦਾ ਇਠੜਾ ਅਮਾਂਬੇ ਥਾਮੋ ਮਿਠੜਾ, ਭੈਣ ਭਾਈ ਸਭ ਸੱਜਣਾ ਤੁਧ ਜਿਹਾ ਨਾਹੀਂ ਕੋਈ। ਉਹ ਕਹਿੰਦੇ ਵੀ ਠੀਕ ਹੈ ਤਾਂ ਇਹ ਸਾਡੇ ਸਾਰੇ ਸੰਜੋਗੀ ਨੇ, ਭੈਣ ਭਾਈ ਨੇ, ਮਾਂ ਪਿਓ ਨੇ, ਪਰ ਤੇਰੇ ਵਰਗਾ ਨਹੀਂ ਕੋਈ ਹੈ। ਵੀ ਜਿਹੜਾ ਸਾਨੂੰ ਇੰਨਾ ਪ੍ਰੇਮ ਕਰੇ, ਜਿਹੜਾ ਸਾਡਾ ਇੰਨਾ ਖਿਆਲ ਰੱਖੇ, ਵੀ ਹੋਰ ਤੇਰੇ ਵਰਗਾ ਕੋਈ ਨਹੀਂ, ਦੂਜਾ ਕੋਈ ਹੋਰ ਹੋ ਨਹੀਂ ਸਕਦਾ। ਤਾਂਹੀਓ ਸਤਿਗੁਰੂ ਕਹਿੰਦੇ ਵੀ ਸਾਰਾ ਜਗਤ ਅਸੀਂ ਦੇਖਿਆ ਵੀ ਤੇਰੇ ਵਰਗਾ ਹੋਰ ਨਹੀਂ ਕੋਈ। ਹਰ ਜਿਹਾ ਪੁਰਖ ਨਾ ਲੱਭਈ ਸਭ ਦੇਖਿਆ ਜਗਤ ਮੈਂ ਤੋਲੇ। ਵੀ ਸਾਰਾ ਜਗਤ ਦੇਖ ਲਿਆ ਕਰਕੇ ਵੀ ਤੇਰੇ ਵਰਗਾ ਦੂਜਾ ਹੋਰ ਕੋਈ ਹੈ ਹੀ ਨਹੀਂ, ਤੂੰ। ਉਹ ਇਸ ਵਾਸਤੇ ਫਿਰ ਇਹ ਹੈ ਵੀ ਪ੍ਰੇਮ ਦਾ ਸਾਰਾ ਖੇਲ। ਵੀ ਜਦੋਂ ਹੁਣ ਆਪਾਂ ਨੂੰ ਇਹ ਗਿਆਨ ਆ ਗਿਆ, ਭੇਤ ਆ ਗਿਆ, ਮਾਲਕ ਦੇਖਦਾ ਸੁਣਦਾ ਹੈ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਕੋਈ ਐਸੇ ਬੋਲ ਨਾ ਵੀ ਜਿਹੜੇ ਮਾਲਕ ਨੂੰ ਭਾਉਣ ਨਾ, ਜਿਹੜੇ ਸਾਨੂੰ ਮਾਲਕ ਤੋਂ ਦੂਰ ਕਰਦੇ ਹਨ। ਅਤੇ ਉਹ ਫਿਰ ਆਪਾਂ ਬੋਲਦੇ ਹੀ ਨਹੀਂ ਹੈ। ਆਪਾਂ ਉਹ ਬੋਲਦੇ ਹਾਂ ਵੀ ਜਿਹੜਾ ਬੋਲਣ ਦੇ ਨਾਲ ਸਾਡੀ ਇੱਜ਼ਤ ਪੱਤ ਰਹਿੰਦੀ, ਜਿਹੜੇ ਮਾਲਕ ਨੂੰ ਚੰਗੇ ਲੱਗਦੇ। ਮਹਾਰਾਜ ਕਹਿੰਦੇ ਜਿੱਤ ਬੋਲਿਆ ਪੱਤ ਪਾਈਏ ਸੋ ਬੋਲਿਆ ਪ੍ਰਵਾਨ। ਤਾਂਹੀਓ ਆਪਾਂ ਦੇਖਦੇ ਹਾਂ ਨਾ ਵੀ ਭਗਤਾਂ ਦੀ ਚਾਲ ਵੱਖਰੀ ਵੱਖਰੀ ਕਿ ਵੀ ਉਹ ਬਹੁਤਾ ਨਹੀਂ ਬੋਲਦੇ। ਕਾਹਦੋਂ ਨਹੀਂ ਬੋਲਦੇ? ਕਿਉਂਕਿ ਉਹਨਾਂ ਨੂੰ ਪਤਾ ਹੈ, ਉਹਨਾਂ ਨੂੰ ਸੋਝੀ ਹੈ, ਉਹਨਾਂ ਨੂੰ ਪਤਾ ਵੀ ਮਾਲਕ ਸੁਣ ਰਿਹਾ ਵੀ ਅਸੀਂ ਕਾਹਤੋਂ ਐਸੇ ਬੋਲ ਬੋਲੀਏ। ਅਤੇ ਜਿਹਨੂੰ ਪਤਾ ਨਹੀਂ ਉਹ ਮਾਇਆ ਦੇ ਮੱਧ ਦੇ ਵਿੱਚ, ਨਸ਼ੇ ਦੇ ਵਿੱਚ ਉਹ ਬੋਲ ਰਿਹਾ। ਹੁਣ ਮਹਾਰਾਜ ਸਾਨੂੰ ਸਮਝਾਉਂਦੇ ਦੇਖੋ ਕਿੰਨਾ ਸਪਸ਼ਟ ਵੀ ਨਿੰਦਾ ਜਿਹੜੀ ਉਹ ਕਿਸੇ ਦੀ ਭਲੀ ਨਹੀਂ, ਸਭ ਦੀ ਮਾੜੀ। ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਦਿਨ ਨਿੰਦਕ ਨਰਕੇ ਘੋਰ ਭਵਨ। ਹੁਣ ਜਿਹੜਾ ਜੀਵ ਕਿਸੇ ਦੀ ਨਿੰਦਿਆ ਕਰ ਰਿਹਾ ਅਤੇ ਸਤਿਗੁਰੂ ਤਾਂ ਸਪਸ਼ਟ ਕਹਿ ਰਹੇ ਵੀ ਉਹ ਮਨਮੁਖ ਹੈ, ਉਹ ਮੂਰਖ ਹੈ। ਵੀ ਉਹਨੂੰ ਇੰਨਾ ਵੀ ਨਹੀਂ ਪਤਾ ਵੀ ਮਾਲਕ ਦੇਖ ਰਿਹਾ, ਮਾਲਕ ਸੁਣ ਰਿਹਾ। ਵੀ ਉਹਨੂੰ ਦੇਖਣਾ ਤਾਂ ਬਾਅਦ ਦੀ ਗੱਲ, ਉਹਨੂੰ ਸਿਰਫ ਅਜੇ ਗਿਆਨ ਵੀ ਨਹੀਂ। ਵੀ ਪਹਿਲਾਂ ਤਾਂ ਸਾਨੂੰ ਗਿਆਨ ਹੀ ਹੁੰਦਾ ਨਾ, ਪਹਿਲਾਂ ਗਿਆਨ ਦੁਬਾਰਾ ਮਨ ਜਾਗਦਾ। ਜਿਵੇਂ ਇਹ ਗਿਆਨ ਵੀ ਮਾਲਕ ਸਾਨੂੰ ਦੇਖ ਰਿਹਾ, ਪਹਿਲਾਂ ਗਿਆਨ ਹੁੰਦਾ ਹੈ। ਫਿਰ ਜਦੋਂ ਗਿਆਨ ਤੋਂ ਬਾਅਦ ਅਸੀਂ ਧਿਆਨ ਦੀ ਅਵਸਥਾ ਜਾਂਦੇ, ਫਿਰ ਅਸੀਂ ਪ੍ਰਤੱਖ ਦੇਖਦੇ ਵੀ ਹਾਂਜੀ ਪਹਿਲਾਂ ਤਾਂ ਗਿਆਨ ਹੀ ਸੀ ਵੀ ਮਾਲਕ ਦੇਖ ਰਿਹਾ, ਪਰ ਹੁਣ ਪ੍ਰਤੱਖ ਦੇਖ ਵੀ ਲਿਆ ਵੀ ਵਾਕਈ ਉਹ ਦੇਖਦਾ, ਵੀ ਉਹ ਸਾਨੂੰ ਦੇਖਦਾ, ਅਸੀਂ ਉਹਨੂੰ ਦੇਖਦੇ। ਉਹ ਧਿਆਨ ਦੀ ਅਵਸਥਾ ਹੈ। ਪਹਿਲਾਂ ਸਾਡਾ ਮਨ ਗਿਆਨ ਦੁਆਰਾ ਜਾਗਦਾ ਹੈ, ਫਿਰ ਧਿਆਨ ਦੁਆਰਾ। ਜਿਹਨੂੰ ਹੁਣ ਗਿਆਨ ਨਹੀਂ, ਜਿਹੜਾ ਗਿਆਨ ਦੁਆਰਾ ਨਹੀਂ ਜਾਗਿਆ, ਉਹ ਧਿਆਨ ਦੇ ਵਿੱਚ ਨਹੀਂ ਜਾ ਸਕਦਾ, ਉਹ ਧਿਆਨੀ ਨਹੀਂ ਹੋ ਸਕਦਾ। ਕਿਉਂਕਿ ਪਹਿਲਾਂ ਗਿਆਨ ਹੋਏਗਾ, ਫਿਰ ਗਿਆਨ ਤੋਂ ਬਾਅਦ ਧਿਆਨ ਦੇ ਵਿੱਚ ਜਾਇਆ ਜਾਂਦਾ। ਸੋ ਇਸੇ ਕਰਕੇ ਫਿਰ ਆਪਾਂ ਨੂੰ ਕਹਿੰਦੇ ਪਹਿਲਾਂ ਗਿਆਨ ਲਵੋ। ਸੰਗਤ ਰੂਪ ਦੇ ਵਿੱਚ ਆ ਕੇ ਆਪਾਂ ਗਿਆਨ ਲੈਂਦੇ ਹਾਂ, ਸਤਿਗੁਰੂ ਆਪਾਂ ਨੂੰ ਗਿਆਨ ਦਿੰਦੇ, ਫਿਰ ਅਸੀਂ ਗਿਆਨ ਦੁਆਰਾ ਜਾਗਣਾ ਹੁੰਦਾ।
ਗਿਆਨ ਦੁਆਰਾ ਮਨ ਨੂੰ ਰੋਕਣਾ ਹੁੰਦਾ ਵੀ ਜਿਵੇਂ ਹੁਣ ਇਹ ਗਿਆਨ ਹੈ ਵੀ ਮਾਲਕ ਸੁਣ ਰਿਹਾ ਹੈ, ਐਸਾ ਬੋਲ ਨਹੀਂ ਬੋਲਣਾ ਵੀ ਕਿਸੇ ਦੀ ਨਿੰਦਿਆ ਨਹੀਂ ਕਰਨੀ, ਇਹ ਗਿਆਨ ਦੁਆਰਾ ਰੋਕ ਲੈਣਾ। ਤੇ ਜਿਨ੍ਹਾਂ ਨੂੰ ਗਿਆਨ ਵੀ ਨਹੀਂ ਉਹ ਫਿਰ ਰੁਕਦੇ ਹੀ ਨਹੀਂ, ਨਿੰਦਿਆ ਕਰੀ ਜਾਣਗੇ, ਵੈਰ ਵਿਰੋਧ ਕਰੀ ਜਾਣਗੇ ਤੇ ਅੱਗੇ ਸੁਣਾਈ ਵੀ ਜਾਣਗੇ ਤੇ ਫਿਰ ਕਹਿਣਗੇ ਵੀ ਸੱਚੀ ਗੱਲ ਕਹਿਣੀ ਨਿੰਦਿਆ ਨਹੀਂ ਆਉਂਦੀ। ਹੁਣ ਹੈ ਤਾਂ ਬੈਠੀ ਹੈ ਜ਼ਹਿਰ ਹੀ ਹੈ, ਜ਼ਹਿਰ ਨੂੰ ਇਸ ਤਰ੍ਹਾਂ ਦੇਣਗੇ ਮਿੱਠਾ ਕਰਕੇ ਵੀ ਅਸੀਂ ਤਾਂ ਸੱਚ ਬੋਲ ਰਹੇ ਹਾਂ। ਹੁਣ ਸੱਚ ਦਾ ਉਹਨਾਂ ਨੂੰ ਪਤਾ ਨਹੀਂ ਵੀ ਸੱਚ ਹੈ ਕੀ ਹੈ। ਸੱਚ ਕਹਿੰਦੇ ਵਾਹਿਗੁਰੂ ਨੂੰ, ਪਰਮਾਤਮਾ ਨੂੰ ਸੱਚ ਆਖੇ। ਤੇ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੇ ਤੁਸੀਂ ਬੋਲਣਾ ਹੈ ਤੇ ਸੱਚ ਬੋਲੋ। ਸੱਚ ਬੋਲਣਾ ਕੀ ਹੈ? ਵਾਹਿਗੁਰੂ, ਪਰਮਾਤਮਾ ਦੇ ਗੁਣ ਗਾਉਣੇ, ਉਹਦੀ ਸਿਫਤ ਕਰਨੀ, ਇਹ ਸੱਚ ਹੈ। ਬਾਕੀ ਜਿਹੜੀਆਂ ਸੰਸਾਰ ਦੀਆਂ ਅਸੀਂ ਦੁਨਿਆਵੀ ਗੱਲਾਂ ਕਰਦੇ ਇਹ ਸਭ ਝੂਠੀ ਇਸ ਕਰਕੇ ਫਿਰ ਉਹ ਜੀਵ ਜਿਹੜਾ ਕਹਿੰਦਾ ਵੀ ਮੈਂ ਸੱਚ ਬੋਲਦਾ, ਅਸਲ ਦੇ ਵਿੱਚ ਉਹ ਸੱਚ ਨਹੀਂ, ਉਹਨੂੰ ਸੱਚ ਦਾ ਤਾਂ ਪਤਾ ਹੀ ਨਹੀਂ ਵੀ ਸੱਚ ਹੈ ਕੀ ਹੈ। ਉਹ ਬੋਲਦਾ ਝੂਠ ਹੀ ਹੈ, ਪਰ ਝੂਠ ਨੂੰ ਇਸ ਤਰ੍ਹਾਂ ਬੋਲਦਾ ਹੈ ਵੀ ਜੀਵ ਨੂੰ ਲੱਗੇ ਵੀ ਹਾਂ ਵੀ ਇਹ ਸੱਚ ਬੋਲਦਾ ਹੈ। ਤੇ ਇਸ ਕਰਕੇ ਮਹਾਰਾਜ ਕਹਿੰਦੇ ਵੀ ਸੱਚ ਬੋਲਣਾ ਕੀ ਹੈ? ਕਹਿੰਦੇ ਵੀ ਸੱਚ ਬੋਲਣਾ ਜਿਹੜਾ ਉਹ ਹੈ ਪਰਮਾਤਮਾ ਦੀ ਵਡਿਆਈ ਕਰਨੀ, ਨਿਰੰਕਾਰ ਦੀ, ਇਹ ਹੈ ਸੱਚ ਵਾਹਿਗੁਰੂ। ਇਸ ਲਈ ਫਰਮਾਉਂਦੇ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੇ ਬਾਟ ਮਰੀਦਾ ਜੋਲੀਏ। ਵੀ ਗੁਰੂ ਜੋ ਬਾਟ ਦੱਸਦਾ, ਇੱਕ ਮਰੀਦ ਜਿਹੜਾ ਸਿੱਖ ਉਹਨੂੰ ਉਹਨਾਂ ਦੇ ਦੱਸੇ ਰਸਤੇ 'ਤੇ ਚੱਲਣਾ ਚਾਹੀਦਾ। ਅਤੇ ਗੁਰੂ ਨੇ ਸਾਨੂੰ ਕੀ ਸਮਝਾਇਆ ਵੀ ਮਾਲਕ ਤੁਹਾਨੂੰ ਦੇਖ ਰਿਹਾ, ਮਾਲਕ ਤੁਹਾਨੂੰ ਸਦਾ ਸੁਣ ਰਿਹਾ ਅਤੇ ਇਸ ਕਰਕੇ ਝੂਠ ਨਾ ਬੋਲੋ, ਸੱਚ ਬੋਲੋ। ਹੁਣ ਸੱਚ ਕੀ ਹੈ? ਵਾਹਿਗੁਰੂ। ਜਦੋਂ ਅਸੀਂ ਆਪਾਂ ਵਾਹਿਗੁਰੂ ਕਰਦੇ ਹਾਂ ਇਹ ਸੱਚ ਹੈ। ਗੁਰਬਾਣੀ ਗੁਰੂ ਦੀ ਵਿਚਾਰ ਕਰਦੇ ਹਾਂ ਸੱਚ ਨਾਮ ਦੀ, ਇਹ ਸੱਚ ਹੈ। ਬਾਕੀ ਜਦੋਂ ਅਸੀਂ ਸੰਸਾਰੀ ਗੱਲਾਂ 'ਚ ਪੈ ਜਾਂਦੇ ਹਾਂ ਉਹ ਸਾਰਾ ਝੂਠ ਹੀ ਝੂਠ ਹੈ, ਕਿਉਂਕਿ ਇਹ ਤ੍ਰੈ ਗੁਣਾਂ ਦੇ ਵਿੱਚ ਸਾਰਾ ਝੂਠ ਹੀ ਝੂਠ ਹੈ। ਇਸ ਕਰਕੇ ਫਿਰ ਕਈ ਜੀਵ ਕੀ ਕਰਦੇ ਨੇ ਵੀ ਉਹ ਕਰਦੇ ਨਿੰਦਿਆ ਹੀ ਨੇ ਅਤੇ ਕਹਿਣਗੇ ਅਸੀਂ ਸੱਚ ਬੋਲਦੇ ਹਾਂ, ਅਤੇ ਉਹ ਜੀਵ ਨੂੰ ਵੀ ਨਹੀਂ ਪਤਾ ਲੱਗਦਾ ਅਤੇ ਉਹ ਜੀਵ ਕਹਿੰਦਾ ਵੀ ਹਾਂਜੀ ਵੀ ਇਹ ਤਾਂ ਬੋਲਦੇ ਹੀ ਸੱਚ ਨੇ। ਬਈ ਉਹ ਕਹਿਣਗੇ ਵੀ ਸੱਚੀ ਗੱਲ ਕਹਿਣੀ ਨਿੰਦਿਆ ਨਹੀਂ ਹੁੰਦੀ, ਅਤੇ ਜੇ ਅਸੀਂ ਨਹੀਂ ਸੱਚ ਬੋਲਾਂਗੇ ਹੋਰ ਕਿਹਨੇ ਸੱਚ ਬੋਲਣਾ? ਉਹ ਇਹ ਸੰਸਾਰ ਦੇ ਕਹਿੰਦੇ। ਹੁਣ ਨਾ ਭੇਦ ਹੋਣ ਕਰਕੇ ਜੀਵ ਜਾਂਦਾ ਹੈ ਐਸੇ ਜੀਵਾਂ ਕੋਲ ਵੀ ਮੇਰੇ ਮਨ ਨੂੰ ਸ਼ਾਂਤੀ ਆਵੇ, ਮੈਨੂੰ ਸੁੱਖ ਮਿਲੇ, ਪਰ ਉਹਨਾਂ ਨੂੰ ਨਾ ਸੱਚ ਦਾ ਭੇਦ ਹੋਣ ਕਰਕੇ ਉਹ ਦੁਰਮਤ ਦੀ ਅਗਨ ਦੇ ਵਿੱਚ ਤਾਂ ਜੀਵ ਪਹਿਲਾਂ ਹੀ ਜਲਦਾ ਹੁੰਦਾ ਹੈ, ਉਹ ਬਲਦੀ ਦੇ ਵਿੱਚ ਹੋਰ ਤੇਲ ਪਾ ਦਿੰਦੇ ਨੇ। ਉਹ ਤੇਲ ਪਾ ਕੇ ਮਨ ਹੋਰ ਅਸ਼ਾਂਤ, ਉਹ ਹੋਰ ਧੜਿਆਂ 'ਚ ਵੰਡਿਆ ਜਾਂਦਾ, ਉਹ ਹੋਰ ਦੁਖੀ ਹੋ ਜਾਂਦਾ। ਇਸ ਵਰਤਾਏ ਫਿਰ ਮਹਾਰਾਜ ਕਹਿੰਦੇ ਚੱਲੇ ਨਾਮ ਵਿਸਾਰ ਤਾਵਣ ਤੱਤਿਆ, ਬਲਦੀ ਅੰਦਰ ਤੇਲ ਦੁਬਦਾ ਘੱਤਿਆ। ਵੀ ਉਹ ਅੱਗ ਤਾਂ ਪਹਿਲਾਂ ਹੀ ਬਲਦੀ ਸੀ, ਉਹ ਦੁਬਦਾ ਦੀ ਗੱਲ ਸੁਣਾ ਕੇ ਉੱਤੋਂ ਦੀ ਤੇਲ ਹੋਰ ਪਾਤਾ ਵਿੱਚ, ਉਹ ਮਨ ਹੋਰ ਅਸ਼ਾਂਤ ਹੋ ਗਿਆ, ਹੋਰ ਦੁਖੀ ਹੋ ਗਿਆ, ਉਹ ਹੋਰ ਧੜਿਆਂ 'ਚ ਵੰਡਿਆ ਗਿਆ। ਅਤੇ ਉਹਨਾਂ ਦੀ ਗੱਲ ਸੁਣ ਕੇ ਜਿਹੜੀ ਸੁਣੀ ਉਹੀਓ ਬਾਹਰ ਜਾ ਕੇ ਹੋਰ ਨਿੰਦਿਆ ਕਰਨ ਲੱਗ ਗਿਆ ਵੀ ਉਹਨਾਂ ਨੇ ਆਖਿਆ ਵੀ ਇਹ ਤਾਂ ਸੱਚ ਗੱਲ ਸੁਣਾਈ ਦੀ ਸਾਨੂੰ। ਹੁਣ ਨਾ ਤਾਂ ਉਹਨਾਂ ਨੂੰ ਸੱਚ ਦਾ ਪਤਾ ਅਤੇ ਨਾ ਹੀ ਜਿਹੜੇ ਸੁਣਨ ਵਾਲੇ ਉਹਨਾਂ ਨੂੰ ਤਾਂ ਪਤਾ ਹੀ ਕੀ ਹੋਣਾ ਸੀ, ਕਿਉਂਕਿ ਜਦੋਂ ਉਹਨਾਂ ਨੂੰ ਹੀ ਨਹੀਂ ਪਤਾ ਸੁਣਾਉਣ ਵਾਲਿਆਂ ਨੂੰ ਵੀ ਅਸੀਂ ਝੂਠ ਸੁਣਾ ਰਹੇ ਹਾਂ, ਸੱਚ ਸੁਣਾ ਰਹੇ ਹਾਂ। ਇਸ ਵਾਸਤੇ ਫਿਰ ਮਹਾਰਾਜ ਸਾਨੂੰ ਸਮਝਾਉਂਦੇ ਨੇ ਵੀ ਜਦੋਂ ਅਸੀਂ ਸਤ ਸੰਗਤ ਕਰਦੇ ਹਾਂ ਫਿਰ ਸਾਨੂੰ ਭੇਤ ਆਉਂਦਾ ਹੈ ਵੀ ਜੋ ਸੱਚ ਹੈ ਉਹ ਹੈ ਪਰਮਾਤਮਾ ਵਾਹਿਗੁਰੂ, ਅਤੇ ਉਹਦੀ ਵਡਿਆਈ ਸੱਚੀ ਹੈ, ਉਹਦਾ ਸਿਮਰਨ ਆਪਾਂ ਕਰਦੇ ਹਾਂ, ਇਹ ਸੱਚ ਹੈ। ਬਾਕੀ ਜਦੋਂ ਅਸੀਂ ਸੰਸਾਰ ਦੀਆਂ ਦੁਨਿਆਵੀ ਗੱਲਾਂ ਕੋਈ ਵੀ ਸਾਨੂੰ ਸੁਣਾਉਂਦਾ ਹੈ ਉਹ ਸਾਰਾ ਝੂਠ ਹੀ ਝੂਠ, ਅਤੇ ਉਹ ਜਦੋਂ ਅਸੀਂ ਸੁਣਾਂਗੇ ਉਹਦੇ ਨਾਲ ਸਾਡੇ ਮਨ ਦੇ ਉੱਤੇ ਮੈਲ ਲੱਗੀ। ਉਹ ਸੁਣਾ ਵੀ ਤਾਂ ਹੀ ਰਿਹਾ ਕਿਉਂਕਿ ਉਹਨੂੰ ਆਪ ਨੂੰ ਨਹੀਂ ਪਤਾ ਹੈ, ਆਪ ਨੂੰ ਭੇਦ ਨਹੀਂ ਹੈ। ਜਦੋਂ ਜੀਵ ਕਿਸੇ ਦੀ ਨਿੰਦਾ ਕਰੇਗਾ ਉਹ ਤਾਂਹੀਓ ਕਰਦਾ ਕਿਉਂਕਿ ਨਾ ਤਾਂ ਉਹਨੂੰ ਭੈ ਹੈ ਪਰਮਾਤਮਾ ਦਾ। ਜੇ ਭੈ ਹੀ ਹੋਵੇ ਜੀਵ ਨੂੰ ਤਾਂ ਉਹ ਨਿੰਦਾ ਕਰੇ ਕਿਉਂ? ਫਿਰ ਤੋਂ ਕਰੇ ਹੀ ਨਾ, ਫਿਰ ਤੋਂ ਕਿਸੇ ਨੂੰ ਮਾੜਾ ਆਖੀ ਨਾ। ਉਹ ਤਾਂਹੀਓ ਕਹਿੰਦਾ ਜੀਵ ਜਦੋਂ ਉਹਨੂੰ ਨਾ ਤਾਂ ਕੋਈ ਗਿਆਨ ਹੈ ਗੁਰਬਾਣੀ ਗੁਰੂ ਦਾ ਬਿਲਕੁਲ ਵੀ, ਨਾ
ਧਿਆਨ ਤਾਂ ਉਹਨੂੰ ਪਤਾ ਹੀ ਕੀ ਹੋਣਾ, ਫਿਰ ਜਦੋਂ ਗਿਆਨ ਹੀ ਨਹੀਂ ਧਿਆਨ ਦਾ ਤੁਹਾਨੂੰ ਪਤਾ ਹੀ ਨਹੀਂ। ਸੋ ਇਸ ਵਾਸਤੇ ਫਿਰ ਇਹ ਗੁਰਬਾਣੀ ਗੁਰੂ ਇੱਕ ਸਵੱਟੀ। ਜਦੋਂ ਸਾਨੂੰ ਇਹ ਗਿਆਨ ਹੋਏਗਾ ਫਿਰ ਅਸੀਂ ਗਿਆਨ ਦੇ ਆਧਾਰ 'ਤੇ ਸਾਹਮਣੇ ਵਾਲੇ ਦੀ ਪਰਖ ਕਰ ਸਕਦੇ ਹਾਂ। ਕਿਉਂਕਿ ਇੱਧਰ ਕਾਲ ਨੇ ਵੀ ਸਾਰਾ ਜਿਹੜਾ ਕਾਲ ਦਾ ਦੇਸ਼ ਹੈ, ਇਹਨੇ ਕਾਲ ਨੇ ਆਪਦੇ ਸੰਤ ਬਣਾਏ ਹੋਏ ਨੇ, ਕਾਲ ਨੇ ਆਪਦੇ ਸਾਧੂ ਪੈਦਾ ਕੀਤੇ ਨੇ, ਬ੍ਰਹਮ ਗਿਆਨੀ ਪੈਦਾ ਕੀਤੇ ਨੇ, ਗੁਰੂ ਪੈਦਾ ਕੀਤੇ ਨੇ, ਸਤਿਗੁਰੂ ਪੈਦਾ ਕੀਤੇ ਨੇ। ਕਿਉਂਕਿ ਇਹਨੂੰ ਕਾਲ ਨੂੰ ਪਤਾ ਹੈ ਵੀ ਜਦੋਂ ਹੁਣ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਕਲਾ ਕਲੇਸ਼ ਹੋਏਗਾ ਤੇ ਇਹ ਫਿਰ ਜਾਣਗੇ ਸੰਤਾਂ ਕੋਲ, ਇਹ ਜਾਣਗੇ ਸਾਧੂਆਂ ਕੋਲ, ਇਹ ਜਾਣਗੇ ਗੁਰੂ ਕੋਲ, ਇਹ ਜਾਣਗੇ ਸਤਿਗੁਰੂ ਕੋਲ। ਉਹਨੇ ਗਾਹਾਂ ਆਪਦੇ ਬਿਠਾ ਕੇ ਰੱਖ ਤਿਆਰ ਕਰਦੇ ਵੀ ਜਦੋਂ ਇਹ ਆਉਣ, ਇਹਨਾਂ ਨੂੰ ਕਿਹੜਾ ਪਤਾ ਹੈ, ਇਹਨਾਂ ਨੇ ਤਾਂ ਸਿਰਫ ਬਾਹਰੀ ਪਹਿਰਾਵਾ ਦੇਖਿਆ, ਇਹਨਾਂ ਨੇ ਬਾਹਰੋਂ ਦੇਖਾ ਵੀ ਇਹ ਸੰਤ ਹੈ ਜੀ, ਬਾਹਰੀ ਪਹਿਰਾਵਾ ਬੜਾ ਸੋਹਣਾ ਹੈ, ਇਹ ਸਾਧੂ ਹੈ ਜੀ, ਪਰ ਅੰਦਰ ਕੀ ਹੈ, ਅੰਦਰ ਦੀ ਅਵਸਥਾ ਕੀ ਹੈ, ਉਹਦਾ ਸਾਨੂੰ ਭੇਦ ਨਹੀਂ। ਭੇਦ ਕਿਉਂ ਨਹੀਂ? ਕਿਉਂਕਿ ਅਸੀਂ ਗੁਰੂ ਦੀ ਮੱਤ ਨਹੀਂ ਲਈ, ਸਾਨੂੰ ਆਪ ਨੂੰ ਗਿਆਨ ਨਹੀਂ। ਜੇ ਸਾਨੂੰ ਆਪ ਨੂੰ ਗਿਆਨ ਹੋਏਗਾ, ਆਪ ਨੂੰ ਸੋਝੀ ਹੋਏਗੀ, ਫਿਰ ਅਸੀਂ ਗੁਰਬਾਣੀ ਗੁਰੂ ਦੇ ਆਧਾਰ 'ਤੇ ਪਰਖ ਕਰ ਸਕਦੇ ਹਾਂ। ਫਿਰ ਸਾਨੂੰ ਪਤਾ ਲੱਗ ਜਾਏਗਾ ਵੀ ਸਾਹਮਣੇ ਵਾਲਾ ਕੌਣ, ਵੀ ਉਹ ਹਰੀ ਦਾ ਸੰਤ ਹੈ ਜਾਂ ਉਹ ਕਾਲ ਦਾ ਸੰਤ ਹੈ। ਉਹ ਫਿਰ ਗੁਰਬਾਣੀ ਦਾ ਆਪਾਂ ਨੂੰ ਪਹਿਚਾਣ ਦੱਸੀ ਮਹਾਰਾਜ। ਜਿਵੇਂ ਆਪਾਂ ਨੂੰ ਗੁਰੂ ਨਾਨਕ ਪਾਤਸ਼ਾਹ ਸਮਝਾਉਂਦੇ ਵੀ ਤੁਸੀਂ ਉਹਨਾਂ ਨੂੰ ਇਕੱਲੇ ਸੰਤ ਨਾ ਸਮਝਿਓ ਵੀ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਉਹ ਲੋਟੇ ਫੜੇ ਹੋਣ, ਗਲਾਂ ਦੇ ਵਿੱਚ ਮਾਲਾ ਪਾਈਆਂ ਹੋਣ, ਭਗਵੇਂ ਕੱਪੜੇ ਪਾਏ ਹੋਣ, ਵੀ ਉਹਨਾਂ ਨੂੰ ਸੰਤ ਨਾ ਸਮਝਿਓ, ਠੱਗ ਨੇ। ਗੱਲੀ ਜਿੰਨੀ ਜਪ ਮਾਲੀਆਂ, ਲੋਟੇ ਹੱਥ ਨੇ ਵੱਗ, ਕੋਈ ਹਰ ਕੇ ਸੰਤ ਨਾ ਆਖੀਏ, ਬਨਾਰਸ ਕੇ ਠੱਗ। ਉਹਨਾਂ ਨੇ ਸਾਡੇ ਨਾਲ ਠੱਗੀ ਮਾਰਨ। ਅਤੇ ਇਸ ਵਾਸਤੇ ਫਿਰ ਆਪਾਂ ਨੂੰ ਸੰਤਾਂ ਦਾ ਭੇਜ ਦਿੰਦੇ ਵੀ ਸੰਤਾਂ ਨੇ ਕੀ ਕਰਨਾ ਹੁੰਦਾ, ਸੰਤਾਂ ਦਾ ਕੰਮ ਕੀ ਹੈ ਅਸਲ ਦੇ ਵਿੱਚ। ਸੰਤਾਂ ਕੋਲ ਜਦੋਂ ਅਸੀਂ ਜਾਣਾ, ਸੰਤਾਂ ਨੂੰ ਅਸੀਂ ਪੁੱਛਣਾ ਹੀ ਇਹ ਹੁੰਦਾ ਹੈ ਵੀ ਸਾਨੂੰ ਦੱਸੋ ਅਸੀਂ ਪਰਮਾਤਮਾ ਨੂੰ ਮਿਲਣਾ, ਅਸੀਂ ਕਿਵੇਂ ਮਿਲ ਸਕਦੇ, ਇਹ ਅਸੀਂ ਉਹਨਾਂ ਤੋਂ ਪੁੱਛਣਾ। ਬਈ ਜਿਹੜੇ ਸੰਤ ਨੌਕਰ ਹੁੰਦੇ, ਉਹ ਚਾਕਰ ਹੁੰਦੇ ਮਾਲਕ ਦੇ, ਗੋਲੇ ਹੁੰਦੇ, ਸੇਵਕ ਹੁੰਦੇ, ਅਤੇ ਉਹਨਾਂ ਨੇ ਮਾਲਕ ਦਾ ਸੰਦੇਸ਼ਾ ਦੇਣਾ ਸਾਨੂੰ। ਅਤੇ ਆਪਾਂ ਉਹਨਾਂ ਤੋਂ ਪੁੱਛਣਾ। ਜੇ ਸੰਤ ਦੀ ਪਹਿਚਾਣ ਕਰਨੀ ਹੋਵੇ ਬੜਾ ਸੌਖਾ ਹੈ ਵੀ ਜਦੋਂ ਅਸੀਂ ਜਾਈਏ ਅਸੀਂ ਉਹਨਾਂ ਤੋਂ ਇਹੀ ਪੁੱਛਣਾ ਵੀ ਤੁਸੀਂ ਦੱਸੋ ਅਸੀਂ ਰੱਬ ਨੂੰ ਮਿਲਣਾ ਅਤੇ ਕਿਵੇਂ ਮਿਲੀ। ਮਹਾਰਾਜ ਕਹਿੰਦੇ ਪੁੱਛੋ ਸੰਤੋ ਮੇਰਾ ਠਾਕਰ ਕਹਿਤਾ, ਇਉਂ ਰੱਬ ਨੂੰ ਦਿਓ ਸੰਦੇਸ਼ਾ। ਵੀ ਸਾਨੂੰ ਤੁਸੀਂ ਸੰਦੇਸ਼ਾ ਦਿਓ, ਤੁਸੀਂ ਸੰਤੋਂ ਮਾਲਕ ਦੇ ਘਰ ਦੇ। ਹੁਣ ਜੇ ਤਾਂ ਉਹ ਸੰਤ ਹੈ ਫਿਰ ਤਾਂ ਉਹ ਸਾਨੂੰ ਸਾਰੀ ਇਹ ਕਥਾ ਕਹਾਣੀ ਸੁਣਾਏਗਾ। ਫਿਰ ਤਾਂ ਉਹ ਖੁਸ਼ ਹੋ ਜਾਏਗਾ ਵੀ ਚਲੋ ਕੋਈ ਐਸਾ ਤਾਂ ਹੈ ਜਿਹੜਾ ਰੱਬ ਨੂੰ ਮਿਲਣਾ ਚਾਹੁੰਦਾ, ਪਰਮਾਤਮਾ ਨੂੰ ਵੀ ਮਿਲਣਾ ਚਾਹੁੰਦਾ ਹੈ। ਫਿਰ ਉਹ ਸਾਨੂੰ ਸਾਰੀ ਇਹ ਵਿਛੋੜੇ ਤੋਂ ਮਿਲਾਪ ਤੱਕ ਦੀ ਕਹਾਣੀ ਦੱਸੀ, ਜਿਹਨੂੰ ਕਥਾ ਕਹਾਣੀ ਸੀ। ਅਤੇ ਇਹੀਓ ਸੰਤਾਂ ਨੇ ਕਰਨੀ ਹੁੰਦੀ। ਮਹਾਰਾਜ ਤਾਂਹੀਓ ਸਾਨੂੰ ਰੋਜ਼ ਸਮਝਾਉਂਦੇ, ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਗੇਰੀ ਕਿਤ ਦੁਬਾਰੇ ਪਾਈਏ। ਜਦੋਂ ਪਰਮਾਤਮਾ ਦਾ ਸੰਤ ਫਿਰ ਉਹ ਸਾਨੂੰ ਦੱਸੇਗਾ। ਜੇ ਉਹ ਕਾਲ ਦਾ ਸੰਤ ਹੈ ਅਤੇ ਉਹਨੇ ਜਦੋਂ ਆਪਾਂ ਰੱਬ ਦੀ ਪੁੱਛੀ ਅਤੇ ਉਹਨੂੰ ਗੁੱਸਾ ਚੜ੍ਹ ਜਾਣਾ ਅਤੇ ਉਹਨੇ ਸਾਨੂੰ ਕਹਿਣਾ ਵੀ ਤੁਸੀਂ ਸੰਸਾਰ ਦਾ ਦੱਸੋ। ਵੀ ਜੇ ਤੁਹਾਨੂੰ ਕੋਈ ਮਾਇਆ ਦੀ ਲੋੜ ਹੈ ਤੁਸੀਂ ਉਹ ਪੁੱਛੋ ਵੀ ਮਾਇਆ ਕਿਵੇਂ ਕਮਾਉਣੀ। ਜੇ ਤੁਹਾਡੇ ਸਿਰ ਦੇ ਉੱਤੇ ਕੋਈ ਕਰਜ਼ਾ ਹੈ ਤੁਸੀਂ ਉਹ ਪੁੱਛੋ ਵੀ ਕਰਜ਼ਾ ਕਿਵੇਂ ਲਾਉਣਾ। ਜੇ ਤੁਹਾਡਾ ਕੰਮਕਾਰ ਨਹੀਂ ਚੱਲਦਾ ਤੁਸੀਂ ਉਹ ਪੁੱਛੋ ਵੀ ਉਹ ਕੰਮਕਾਰ ਕਿਵੇਂ ਚਲਾਉਣਾ। ਜੇ ਤੁਹਾਡੇ ਧੀਆਂ ਪੁੱਤਰ ਨਹੀਂ ਹੁੰਦੇ ਤੁਸੀਂ ਉਹ ਪੁੱਛੋ ਵੀ ਉਹ ਕਿਵੇਂ ਲੈਣੇ ਨੇ, ਕਿਵੇਂ ਹੋਣੇ। ਉਹਨੇ ਸਾਨੂੰ ਇਸ ਪਾਸੇ ਨੂੰ ਤੋਰਨਾ। ਉਹਨੇ ਸਾਨੂੰ ਮਾਇਆ ਦੇ ਨਾਲ ਹੋਰ ਜੋੜਨਾ। ਮਤਲਬ ਉਹਨੇ ਸਾਨੂੰ ਇੱਥੋਂ ਇਹ ਨਹੀਂ ਦੱਸਣਾ ਵੀ ਇਹ ਵਿਖ ਜ਼ਹਿਰ ਹੈ ਮਾਇਆ, ਇਹਨੂੰ ਅਸੀਂ ਛੱਡਣਾ। ਉਹਨੇ ਸਾਨੂੰ ਕਹਿਣਾ ਵੀ ਤੁਸੀਂ ਦੱਸੋ ਵੀ ਇਹ ਮਾਇਆ ਦੇ ਵਿੱਚੋਂ ਤੁਹਾਨੂੰ ਕੀ ਚਾਹੀਦਾ, ਤੁਸੀਂ ਕੀ ਲੈਣਾ। ਅਤੇ ਇਸ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਜਦੋਂ ਅਸੀਂ ਸੰਤਾਂ ਪਾਸ ਜਾਣਾ ਉਹਨਾਂ ਤੋਂ ਅਸੀਂ ਇਹੀਓ ਪੁੱਛਣਾ ਹੁੰਦਾ ਵੀ ਅਸੀਂ ਪਰਮਾਤਮਾ ਨੂੰ ਮਿਲਣਾ, ਸਾਨੂੰ ਦੱਸੋ ਅਸੀਂ ਕਿਵੇਂ ਮਿਲ ਸਕਦੇ ਹਾਂ।
ਤੇ ਉਹ ਫਿਰ ਆਪਾਂ ਨੂੰ ਹਰੀ ਦੇ ਸੰਤਾਂ ਨੇ ਦੱਸਣਾ ਹੁੰਦਾ ਵੀ ਅਸੀਂ ਇਸ ਤਰੀਕੇ ਨਾਲ ਮਿਲ ਸਕਦੇ ਹਾਂ, ਆਹ ਰਸਤੇ 'ਚ ਰੁਕਾਵਟਾਂ ਨੇ, ਇਹਨਾਂ ਰੁਕਾਵਟਾਂ ਨੂੰ ਇਸ ਤਰ੍ਹਾਂ ਪਾਰ ਕਰਕੇ ਮਾਲਕ ਦੇ ਨਾਲ ਅਸੀਂ ਵਿਚਾਰ ਕਰ ਸਕਦੇ ਹਾਂ। ਉਹਨਾਂ ਨੇ ਫਿਰ ਸਾਨੂੰ ਸਾਰਾ ਇਹ ਅਕਥ ਕਹਾਣੀ ਦਾ ਭੇਦ ਦੇਣਾ ਹੁੰਦਾ। ਸੋ ਇਹ ਹੈ ਜੀ ਵੀ ਮਾਲਕ ਦੇ ਨਾਲ ਆਪਾਂ ਵਿਚਾਰ ਕਰ ਸਕਦੇ ਹਾਂ, ਵੀ ਉਹਦੇ ਵਾਸਤੇ ਆਪਾਂ ਸਿਮਰਨ ਕਰਕੇ ਆਪਣੇ ਘਰ ਜਾਈਏ। ਹਾਂਜੀ, ਹੋਰ ਕੋਈ ਗੁਰਮੁਖ ਬਾਈ? ਹੋਰ ਖਾਲਸਾ ਵਿਚਾਰ ਬੜੇ ਉਹਨਾਂ ਜਿਹੜਾ ਸੁਣਨਾ ਸ਼ੁਰੂ ਕੀਤਾ ਨਾ, ਉਹਨੂੰ ਵਿਚਾਰ ਇੱਕ ਸ਼ੁਰੂ ਹੋ ਜਾਂਦੇ ਆ। ਉਹਦਾ ਸ਼ਬਦ ਸੁਣਦੇ ਸ਼ਬਦ ਇੱਕ ਤੇਜ਼ ਵੀ ਹੁੰਦੇ ਆ ਜੀ, ਤੇ ਮਧੂ ਵੀ ਰਹਿੰਦੇ ਆ। ਜਦੋਂ ਸੁਣਨਾ ਸ਼ੁਰੂ ਕੀਤਾ ਵਿਚਾਰ ਬਹੁਤ ਜ਼ਿਆਦਾ ਸ਼ੁਰੂ ਹੁੰਦੇ। ਗੁਰਮੁਖ ਕਹਿ ਰਹੇ ਵੀ ਜਦੋਂ ਸਿਮਰਨ ਕਰਦੇ ਆ ਵੀ ਉਦੋਂ ਵਿਚਾਰ ਜ਼ਿਆਦਾ ਹੁੰਦੇ। ਅਸਲ ਦੇ ਵਿੱਚ ਪਤਾ ਕੀ ਹੁੰਦਾ ਜੀ ਵੀ ਜਦੋਂ ਆਪਾਂ ਸਿਮਰਨ ਅਭਿਆਸ ਕਰਦੇ ਹਾਂ ਉਦੋਂ ਵਿਚਾਰਾਂ ਦਾ ਸਾਨੂੰ ਪਤਾ ਲੱਗਣ ਲੱਗ ਜਾਂਦਾ। ਜਦੋਂ ਆਪਾਂ ਸਿਮਰਨ ਨਹੀਂ ਕਰਦੇ ਵਿਚਾਰ ਸਾਨੂੰ ਉਦੋਂ ਵੀ ਆਉਂਦੇ, ਉਦੋਂ ਸਾਨੂੰ ਜ਼ਿਆਦਾ ਆਉਂਦੇ, ਉਦੋਂ ਸਾਨੂੰ ਪਤਾ ਨਹੀਂ ਲੱਗਦਾ, ਕਿਉਂਕਿ ਉਹ ਵਿਚਾਰਾਂ ਦੇ ਵਿੱਚ ਸਾਨੂੰ ਸਮਾਂ ਹੀ ਨਹੀਂ ਮਿਲਦਾ ਵੀ ਅਸੀਂ ਇੰਨੀ ਵੀ ਵਿਚਾਰ ਕਰ ਸਕੀਏ ਵੀ ਸਾਨੂੰ ਵਿਚਾਰ ਆਉਂਦੇ ਨੇ, ਵੀ ਸਾਨੂੰ ਹੋਰ ਨਹੀਂ ਆਉਂਦੇ। ਜਦੋਂ ਆਪਾਂ ਸਿਮਰਨ ਕਰਨ ਲੱਗਦੇ ਹਾਂ ਉਹ ਫਿਰ ਸਾਨੂੰ ਦਿਖਣ ਲੱਗ ਜਾਂਦੇ ਵੀ ਇੰਨੇ ਵਿਚਾਰ ਨੇ ਸਾਡੇ ਅੰਦਰ, ਇੰਨੀ ਮੈਲ। ਉਹ ਇਸ ਕਰਕੇ ਵੀ ਵਿਚਾਰ ਵੱਧਦੇ ਨਹੀਂ ਹੈ, ਅਸਲ ਦੇ ਵਿੱਚ ਉਹ ਸਾਨੂੰ ਪਤਾ ਲੱਗਣ ਲੱਗ ਜਾਂਦਾ। ਜਿਵੇਂ ਆਪਾਂ ਕੱਪੜਾ ਹੁੰਦਾ, ਉਹ ਕੱਪੜਾ ਕਈ ਵਾਰੀ ਇੰਨਾ ਮੈਲਾ ਹੋ ਜਾਂਦਾ, ਉਹ ਮੈਲ ਉਹਦੇ ਵਿੱਚ ਇੰਨੀ ਫਸ ਜਾਂਦੀ ਹੈ ਵੀ ਉਹ ਸਾਨੂੰ ਉਹਦਾ ਦੇਖਣ ਨੂੰ ਲੱਗਦਾ ਵੀ ਬੜਾ ਵਧੀਆ ਹੈ, ਪਰ ਉਹਦੇ ਵਿੱਚ ਮੈਲ ਬਹੁਤ ਜ਼ਿਆਦਾ ਹੁੰਦੀ। ਉਹ ਜਦੋਂ ਆਪਾਂ ਉਹਨੂੰ ਸਾਬਣ ਲਾਉਂਦੇ ਹਾਂ ਉਹ ਫਿਰ ਮੈਲ ਇੰਨੀ ਜ਼ਿਆਦਾ ਨਿਕਲਦੀ ਹੈ ਅਤੇ ਉਹ ਫਿਰ ਆਪਾਂ ਨੂੰ ਲੱਗਦਾ ਵੀ ਉਹ ਦੇਖਣ ਨੂੰ ਤਾਂ ਬੜਾ ਸਾਫ਼ ਲੱਗਦਾ ਸੀ, ਕਿਉਂਕਿ ਉਹ ਮੈਲ ਉਹਦੇ ਅੰਦਰ ਇੰਨੀ ਵਿੱਚ ਵੜ ਜਾਂਦੀ ਹੈ, ਉਹ ਸਾਨੂੰ ਦਿਖਦੀ ਨਹੀਂ। ਉਹ ਇਸੇ ਤਰ੍ਹਾਂ ਹੀ ਹੁਣ ਜਿਹੜਾ ਇਹ ਆਪਾਂ ਸਿਮਰਨ ਕਰਦੇ ਹਾਂ, ਇਹ ਇੱਕ ਕਿਸਮ ਦਾ ਵੀ ਆਪਾਂ ਮਨ ਨੂੰ ਜਦੋਂ ਸਾਬਣ ਲਾਉਂਦੇ ਹਾਂ, ਮਨ ਨੂੰ ਧੋਂਦੇ ਹਾਂ, ਉਹ ਮੈਲ ਜ਼ਿਆਦਾ ਉਗੜ ਕੇ ਉੱਪਰ ਨੂੰ ਆਉਂਦੀ, ਉਹ ਸਾਨੂੰ ਦਿਖਾਈ ਦੇਣ ਲੱਗ ਜਾਂਦੀ ਵੀ ਇੰਨੇ ਵਿਚਾਰ ਇੰਨੇ ਫੁਰਨੇ ਨੇ। ਉਹ ਆਪਾਂ ਜਦੋਂ ਲਗਾਤਾਰ ਫਿਰ ਕੀਤੀ ਜਾਵਾਂਗੇ ਅਤੇ ਫਿਰ ਉਹ ਬਿਲਕੁਲ ਸਾਫ਼ ਹੋ ਜਾਏਗਾ। ਜਿਵੇਂ ਕੱਪੜੇ ਨੂੰ ਹੁਣ ਆਪਾਂ ਸਾਬਣ ਲਾਉਂਦੇ ਉਹ ਮੈਲ ਇੰਨੀ ਨਿਕਲਦੀ ਅਤੇ ਫਿਰ ਉਹ ਆਪਾਂ ਇਹ ਨਹੀਂ ਵੀ ਆਪਾਂ ਉਹਨੂੰ ਧੋਣਾ ਛੱਡ ਦਿੰਦੇ, ਆਪਾਂ ਲਗਾਉਂਦੇ ਉਹਨੂੰ ਹੋਰ ਚੰਗੀ ਤਰ੍ਹਾਂ ਧੋਂਦੇ ਹਾਂ, ਵੀ ਹੋਰ ਸਾਬਣ ਲਾਉਂਦੇ ਹਾਂ ਵਾਰ-ਵਾਰ, ਵੀ ਤਾਂ ਕਿ ਹੁਣ ਬਿਲਕੁਲ ਮੈਲ ਹੈ ਜਿਹੜੀ ਇਹਦੀ ਨਿਕਲ ਜਾਵੇ। ਇਸੇ ਤਰ੍ਹਾਂ ਹੀ ਹੁਣ ਜਦੋਂ ਆਪਾਂ ਲਗਾਤਾਰ ਫਿਰ ਇਹ ਅਭਿਆਸ ਕਰੀ ਜਾਵਾਂਗੇ ਉਹ ਮੈਲ ਇੱਕ ਵਾਰ ਤਾਂ ਉਗੜ ਕੇ ਉੱਪਰ ਨੂੰ ਆਏਗੀ, ਇੱਕ ਵਾਰ ਤਾਂ ਸਾਨੂੰ ਲੱਗਣਗੇ ਵਿਚਾਰ, ਪਰ ਜਿਉਂ-ਜਿਉਂ ਅਸੀਂ ਅਭਿਆਸ ਵਧਾਵਾਂਗੇ ਉਹ ਫਿਰ ਇੱਕਦਮ ਸਾਡੇ ਵਿਚਾਰ ਜਿਹੜੇ ਉਹ ਫਿਰ ਰੁਕਦੇ ਜਾਣਗੇ ਅਤੇ ਮੈਲ ਹੈ ਜਿਹੜੀ ਉਹ ਨਿਕਲਦੀ ਜਾਏਗੀ। ਸੋ ਇਸ ਵਾਸਤੇ ਆਪਾਂ ਘਬਰਾਉਣਾ ਨਹੀਂ ਜੀ, ਵੀ ਇਹ ਵੀ ਚੰਗਾ ਹੈ ਜੇ ਆਪਾਂ ਨੂੰ ਵਿਚਾਰ ਦਿਸਦੇ ਨੇ, ਇਹ ਵੀ ਮਾਲਕ ਦੀ ਕਿਰਪਾ ਹੈ, ਕਿਉਂਕਿ ਆਪਾਂ ਸਿਮਰਨ ਕਰਨਾ ਸ਼ੁਰੂ ਕੀਤਾ ਤਾਂਹੀਓ ਸਾਨੂੰ ਪਤਾ ਲੱਗਣ ਲੱਗਿਆ ਵੀ ਸਾਨੂੰ ਵਿਚਾਰ ਵੀ ਆਉਂਦੇ ਨੇ। ਜਿਹੜਾ ਜੀਵ ਹੁਣ ਸਿਮਰਨ ਕਰਦਾ ਹੀ ਨਹੀਂ ਉਹਨੂੰ ਤਾਂ ਇਹ ਨਹੀਂ ਪਤਾ ਵੀ ਮੇਰੇ ਅੰਦਰ ਵਿਚਾਰ ਚੱਲਦੇ ਨੇ, ਮੈਨੂੰ ਫੁਰਨੇ ਆਉਂਦੇ ਨੇ, ਕਿਉਂਕਿ ਉਹਦਾ ਮਨ ਤਾਂ ਬਿਲਕੁਲ ਹੀ ਨਹੀਂ ਟਿਕਦਾ ਹੈ, ਤਾਂ ਕਰਕੇ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਵਿਚਾਰ ਫੁਰਨੇ ਦੀ ਕੋਈ ਚੀਜ਼ ਹੁੰਦੀ ਹੈ। ਇਸ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਜਿਉਂ-ਜਿਉਂ ਆਪਾਂ ਇਹ ਅਭਿਆਸ ਕਰਦੇ ਜਾਵਾਂਗੇ ਤਿਉਂ-ਤਿਉਂ ਸਾਡੇ ਵਿਚਾਰ ਫੁਰਨੇ ਉਹ ਖਤਮ ਹੁੰਦੇ ਜਾਣਗੇ ਅਤੇ ਮਨ ਜਿਹੜਾ ਆਪਣਾ ਉਹ ਧੋਤਾ ਜਾਏਗਾ, ਨਿਰਮਲ ਹੋ ਜਾਏਗਾ। ਸੋ ਇਹ ਠੀਕ ਹੈ ਜੀ ਵੀ ਇਹ ਚੱਲ ਰਿਹਾ, ਕੋਈ ਨਹੀਂ, ਅਭਿਆਸ ਕਰਦੇ ਜਾਈਏ ਆਪਾਂ, ਤਿਉਂ-ਤਿਉਂ ਵਿਚਾਰ ਖਤਮ ਹੁੰਦੇ ਜਾਣਗੇ। ਘਬਰਾਉਣਾ ਨਹੀਂ ਅਤੇ ਕਾਹਲੀ ਨਹੀਂ ਪੈਣਾ ਆਪਾਂ ਇਹਦੇ ਵਿੱਚ। ਉਹ ਕਈ ਵਾਰੀ ਆਉਣ ਲੱਗਦਾ ਆਪਣੇ ਮਨ 'ਚ ਹੀ ਵਿਚਾਰ ਬਣ ਜਾਂਦਾ ਵੀ ਇਹਦਾ ਤਾਂ ਨਾ ਹੀ ਕਰੀਏ ਸਿਮਰਨ, ਵੀ ਉਦੋਂ ਤਾਂ ਵਿਚਾਰ ਆਉਂਦੇ ਨਹੀਂ, ਜਦੋਂ ਕਦੇ ਕਰਦੇ ਹਾਂ ਉਦੋਂ ਜ਼ਿਆਦਾ ਆਉਂਦੇ ਨੇ। ਵੀ ਇਸ ਤਰ੍ਹਾਂ ਨਹੀਂ ਆਪਾਂ ਸਕਾਂਗੇ ਜ਼ਿਆਦਾ ਸਿਮਰਨ ਕਰਦੇ, ਵਧਾਉਣਾ ਹੈ ਹੋਰ, ਵੀ ਤਾਂ ਕਿ ਸਾਨੂੰ ਪਤਾ ਲੱਗਦੇ ਹੁਣ ਮੈਲ ਨਿਕਲਣੀ ਸ਼ੁਰੂ ਹੋ ਗਈ। ਜਦੋਂ ਵਿਚਾਰਾਂ ਪਤਾ ਲੱਗਣ ਲੱਗ ਗਿਆ ਵੀ ਹੁਣ ਸਿਮਰਨ ਕਰਦੇ ਹੁਣ ਵਿਚਾਰ ਜ਼ਿਆਦਾ ਆਉਂਦੇ ਜਾਂ ਨਿਕਲਦੀ ਮੈਲ, ਅਤੇ ਉਹ ਜਿੰਨਾ ਵਧਾਵਾਂਗੇ ਓਨਾ ਜ਼ਿਆਦਾ ਫਿਰ ਇੱਕ ਵਾਰ ਵਿਚਾਰ ਆਉਣਗੇ, ਫਿਰ ਆਪੇ ਹੀ ਉਹ ਸਾਡੇ ਘਟਣੇ ਸ਼ੁਰੂ ਹੋ ਜਾਣਗੇ। ਉਹ ਇਸ ਵਾਸਤੇ ਹੁਣ ਆਪਾਂ ਵੱਧ ਤੋਂ ਵੱਧ ਕਰਨਾ ਹੈ ਜੀ ਅਭਿਆਸ। ਠੀਕ ਹੈ ਜੀ, ਇਹ ਵੀ ਇਹਦੇ ਵਿੱਚ ਆਪਾਂ ਨੂੰ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ। ਹਾਂਜੀ, ਹੋਰ ਕੋਈ ਗੁਰਮੁਖ ਵਾਹਿਗੁਰੂ ਵਾਹਿ ਖਾਲਸਾ ਵੀ
ਇਹਦੇ ਵਿੱਚ ਇਹ ਹੁੰਦਾ ਜੀ ਵੀ ਜਦੋਂ ਆਪਾਂ ਵਿਚਾਰ ਕਰਦੇ ਹਾਂ ਉਦੋਂ ਆਪਾਂ ਗਿਆਨ ਲੈਣਾ ਹੁੰਦਾ, ਉਦੋਂ ਆਪਾਂ ਵਿਚਾਰ ਨੂੰ ਸੁਣਨਾ ਹੁੰਦਾ ਧਿਆਨ ਦੇ ਨਾਲ। ਕਿਉਂਕਿ ਜੇ ਆਪਾਂ ਹੁਣ ਸਿਮਰਨ ਕਰਨ ਲੱਗ ਗਏ ਵੀ ਫਿਰ ਸਾਡਾ ਧਿਆਨ ਇੱਧਰ ਵਿਚਾਰ ਵੱਲ ਨਹੀਂ ਆਉਣਾ। ਆਪਾਂ ਮਨ ਨੂੰ ਸੁਣਨ ਦੀ ਅਵਸਥਾ 'ਚ ਲੈ ਕੇ ਆਉਣਾ ਵੀ ਜਦੋਂ ਆਪਾਂ ਵਿਚਾਰ ਕਰਦੇ ਹਾਂ ਉਦੋਂ ਸਾਰਿਆਂ ਦੇ ਆਪਾਂ ਧਿਆਨ ਨਾਲ ਸੁਣਨਾ, ਅਤੇ ਜਦੋਂ ਆਪਾਂ ਸਿਮਰਨ ਕਰਦੇ ਹਾਂ ਉਦੋਂ ਤਾਂ ਆਪਾਂ ਸਿਮਰਨ ਕਰਨਾ ਹੀ ਕਰਨਾ। ਸੋ ਇਹਦੇ ਵਿੱਚ ਫਿਰ ਇਹ ਹੁੰਦਾ ਵੀ ਆਪਾਂ ਹੁਣ ਵਿਚਾਰ ਨੂੰ ਸੁਣਨਾ ਹੁੰਦਾ, ਕਿਉਂਕਿ ਹੁਣ ਆਪਾਂ ਗਿਆਨ ਲੈ ਰਹੇ ਹਾਂ ਨਾ ਸਤਿਗੁਰਾਂ ਪਾਸੋਂ ਵੀ ਜੋ ਸਾਨੂੰ ਸਮਝਾਉਣਾ ਚਾਹੁੰਦੇ। ਜੇ ਹੁਣ ਆਪਾਂ ਸਿਮਰਨ ਵਾਲੇ ਪਾਸੇ ਲਾਗੇ ਸਿਮਰਨ ਕਰੀ ਜਾਵਾਂਗੇ, ਉਹ ਇੱਧਰੋਂ ਅਸੀਂ ਸੁਣਾਂਗੇ ਨਹੀਂ ਅਤੇ ਸਾਨੂੰ ਸਮਝ ਨਹੀਂ ਲੱਗਣੀ ਵੀ ਆਪਾਂ ਕੀ ਵਿਚਾਰ ਕਰਦੇ, ਪਤਾ ਨਹੀਂ ਲੱਗਣਾ ਆਪਾਂ ਨੂੰ। ਤਾਂ ਕਰਕੇ ਫਿਰ ਆਪਾਂ ਹੁਣ ਸੁਣਨਾ ਹੁੰਦਾ ਹੈ, ਸੁਣਨ ਦੀ ਅਵਸਥਾ 'ਚ ਲੈ ਕੇ ਆਉਣਾ ਮਨ ਨੂੰ ਵੀ ਤਾਂ ਕਿ ਜੋ ਸਾਨੂੰ ਵਿਚਾਰ ਸਤਿਗੁਰੂ ਸਮਝਾਉਂਦੇ ਉਹਦੀ ਸਾਨੂੰ ਸਮਝ ਲੱਗ ਜਾਵੇ। ਹਾਂਜੀ, ਉਦੋਂ ਆਪਾਂ ਕਰ ਸਕਦੇ ਹਾਂ ਜੀ, ਕਿਉਂਕਿ ਸਿਮਰਨ ਅਭਿਆਸ ਹੈ ਜਿਹੜਾ ਪਹਿਲਾਂ ਥੋੜ੍ਹਾ ਆਪਾਂ ਬੋਲ ਕੇ ਕਰਦੇ ਹਾਂ ਅਤੇ ਫਿਰ ਆਪਾਂ ਹੋਣਾ ਤਾਂ ਅੰਤਰਗਤ ਹੀ ਹੁੰਦਾ ਹੈ। ਜਿਵੇਂ ਆਪਾਂ ਨੂੰ ਦੱਸੇ ਪਹਿਲਾਂ ਵੈਖਰੀ ਬਾਣੀ ਵਿੱਚ ਬੋਲ ਕੇ, ਫਿਰ ਆਪਾਂ ਜਦੋਂ ਅੰਤਰਮੁਖੀ ਹੋ ਜਾਂਦੇ ਕੰਠ 'ਤੇ, ਫਿਰ ਮੱਧਮਾ, ਫਿਰ ਜਦੋਂ ਹੋਰ ਸਹਿਜ 'ਚ ਚਲੇ ਜਾਂਦੇ ਜਿੱਥੇ ਆਪਣਾ ਨਾਭ ਘਾਟ ਹੈ ਉਹਨੂੰ ਪਸੰਤੀ ਕਹਿੰਦੇ ਨੇ। ਫਿਰ ਇਸ ਤੋਂ ਅੱਗੇ ਪਰਾ ਬਾਣੀ ਸ਼ੁਰੂ ਹੋ ਜਾਂਦੀ ਜਿਹਨੂੰ ਪਾਰ ਬ੍ਰਹਮ ਦੀ ਬਾਣੀ ਕਹਿੰਦੇ, ਅਨਹਦ ਬਾਣੀ ਮਾਲਕ ਦੀ ਆਵਾਜ਼ ਹੈ ਜੋ। ਫਿਰ ਆਪਾਂ ਉਹਨੂੰ ਸੁਣਨਾ ਵੀ ਪਹਿਲਾਂ ਇਹ ਆਪਾਂ ਹੁਣ ਇਸੇ ਤਰ੍ਹਾਂ ਹੀ ਚੱਲਣਾ ਵੀ ਪਹਿਲਾਂ ਵੈਖਰੀ ਵਿੱਚ ਬੋਲ ਕੇ, ਜਦੋਂ ਦੇਖਿਆ ਵੀ ਅੰਤਰਗਤ ਹੁਣ ਸਾਡੇ ਚੱਲਣ ਲੱਗ ਗਿਆ ਫਿਰ ਆਪਾਂ ਅੰਤਰਗਤ ਹੋ ਜਾਣਾ, ਫਿਰ ਮੱਧਮਾ, ਫਿਰ ਪਸੰਤੀ, ਫਿਰ ਪਰਾ। ਇਹ ਠੀਕ ਹੈ। ਹਾਂਜੀ, ਗੁਰਮੁਖ ਕਹਿ ਰਹੇ ਵੀ ਕਈ ਵਾਰ ਜਦੋਂ ਆਪਾਂ ਹੁਣ ਇਕੱਠੇ ਮਿਲ ਕੇ ਸਾਰੇ ਸਿਮਰਨ ਕਰਦੇ ਹਾਂ ਸੰਗਤ ਰੂਪ ਦੇ ਵਿੱਚ, ਉਦੋਂ ਆਪਾਂ ਸਾਰਿਆਂ ਨੇ ਬੋਲ ਕੇ ਕਰਨਾ ਹੁੰਦਾ। ਉਦੋਂ ਕੋਸ਼ਿਸ਼ ਕਰਨੀ ਹੁੰਦੀ ਵੀ ਉਦੋਂ ਆਪਾਂ ਸੁਣਨ 'ਚ ਨਾ ਜਾਈਏ, ਸੁਣੀਏ। ਉਦੋਂ ਫਿਰ ਕੀ ਹੁੰਦਾ ਵੀ ਉਦੋਂ ਆਪਾਂ ਸਾਰੇ ਜਿਵੇਂ ਹੁਣ ਆਪਾਂ ਇਕੱਠੇ ਮਿਲ ਕੇ ਅਭਿਆਸ ਕਰਦੇ ਜਾਂ ਵਿਚਾਰ ਕਰਦੇ ਹਾਂ, ਇਹ ਆਪਾਂ ਸਾਰੇ ਆਪਣਾ ਧਨ ਸਵਾਸਾਂ ਦਾ ਇੱਕ ਖੇਪ ਦੇ ਰੂਪ ਦੇ ਵਿੱਚ ਇਕੱਠਾ ਜਮ੍ਹਾਂ ਕਰਾਉਂਦੇ ਹਾਂ। ਇਹਦਾ ਆਪਾਂ ਨੂੰ ਜ਼ਿਆਦਾ ਲਾਹਾ ਹੁੰਦਾ। ਜਿਵੇਂ ਸਾਂਝਾ ਅਕਾਊਂਟ ਹੁੰਦਾ ਹੈ, ਉਹਦੇ ਵਿੱਚ ਕੋਈ ਇਕੱਲਾ ਕਢਾ ਨਹੀਂ ਸਕਦਾ। ਇਸੇ ਤਰ੍ਹਾਂ ਹੀ ਜਿਹੜਾ ਆਪਾਂ ਇਕੱਲੇ ਜਮ੍ਹਾਂ ਕਰਾਉਂਦੇ ਹਾਂ ਉਹ ਕਈ ਵਾਰ ਅਸੀਂ ਇਕੱਲੇ ਖਰਚ ਵੀ ਕਰ ਦਿੰਦੇ ਹਾਂ। ਇਹ ਜਿਹੜਾ ਸਾਂਝਾ ਹੁੰਦਾ ਆਪਣਾ, ਇਹਦੇ ਵਿੱਚੋਂ ਅਸੀਂ ਇਕੱਲੇ ਕਢਾ ਨਹੀਂ ਸਕਦੇ। ਕਢਾਉਂਦੇ ਅਸੀਂ ਕਦੋਂ ਆ, ਜਦੋਂ ਆਪਾਂ ਕਿਸੇ ਦੀ ਬੁਰਾਈ ਕਰਦੇ ਹਾਂ। ਕਈ ਵਾਰੀ ਸਾਡੇ ਅੰਦਰ ਕੋਈ ਐਸਾ ਵਿਚਾਰ ਆਉਂਦਾ ਵੈਰ ਵਿਰੋਧ ਵਾਲਾ, ਉਹ ਅਸੀਂ ਖਰਚ ਕਰਦੇ ਹਾਂ। ਹੁਣ ਆਪਾਂ ਨੂੰ ਕਹਿੰਦੇ ਵੀ ਇਕੱਠੇ ਜਦੋਂ ਆਪਾਂ ਖੇਪ ਦੇ ਰੂਪ 'ਚ ਜਮ੍ਹਾਂ ਕਰਾਵਾਂਗੇ ਫਿਰ ਅਸੀਂ ਇਕੱਠੇ ਹੀ ਇਹ ਕਢਾ ਸਕਦੇ। ਅਤੇ ਆਪਾਂ ਇਕੱਠੇ ਜਦੋਂ ਹੋਵਾਂਗੇ ਆਪਾਂ ਕਿਸੇ ਦੀ ਬੁਰਾਈ ਕਰਨੀ ਨਹੀਂ, ਅਤੇ ਇਸ ਕਰਕੇ ਆਪਣਾ ਫਿਰ ਜਮ੍ਹਾਂ ਹੀ ਰਹਿਣਾ। ਤਾਂਹੀਓ ਮਹਾਰਾਜ ਇਸ ਨੂੰ ਕਹਿੰਦੇ ਵੱਖਰ ਨਾਮ ਲੱਭ ਖੇਪ 'ਚ ਲਾਵੋ, ਲੈ ਲਾਹਾ ਗੁਰਮੁਖ ਘਰ ਆਵੋ। ਵੀ ਲਾਹਾ ਖੱਟੋ ਵੀ ਸਾਰੇ ਖੇਪ ਦੇ ਰੂਪ 'ਚ ਧਨ ਜਮ੍ਹਾਂ ਕਰਾਓ। ਅਤੇ ਉਹ ਧਨ ਹੁਣ ਆਪਣਾ ਜਮ੍ਹਾਂ ਫੇਰ ਹੀ ਹੋਣਾ ਜੇ ਹੁਣ ਆਪਾਂ ਜਿਵੇਂ ਸਿਮਰਨ ਕਰਦੇ ਹਾਂ, ਸਾਰੇ ਬੋਲ ਕੇ ਸਿਮਰਨ ਕਰਾਂਗੇ ਅਤੇ ਸਾਡਾ ਧਨ ਉਹ ਜਮ੍ਹਾਂ ਹੋ ਜਾਣਾ। ਜੇ ਹੁਣ ਆਪਾਂ ਸੌਂ ਗਏ ਅਤੇ ਉਹ ਆਪਣਾ ਸੁੱਤੇ ਹੀ ਸਮਾਂ ਲੰਘ ਜਾਣਾ, ਸੌਣ 'ਚ ਚਲਿਆ ਗਿਆ ਸਾਡਾ ਮਨ। ਸੋ ਇਸ ਕਰਕੇ ਜਦੋਂ ਆਪਾਂ ਸੰਗਤ ਰੂਪ ਦੇ ਵਿੱਚ ਸਾਰੇ ਮਿਲ ਕੇ ਕਰਦੇ ਹਾਂ, ਉਦੋਂ ਆਪਾਂ ਕੋਸ਼ਿਸ਼ ਕਰਨੀ ਵੀ ਸਾਵਧਾਨ ਹੋ ਕੇ ਬੈਠੀਏ ਵੀ ਮਨ ਜਿਹੜਾ ਉਹ ਸੁਣਨ ਦੇ ਵਿੱਚ ਨਾ ਜਾਵੇ। ਅਤੇ ਜੇ ਚਲਿਆ ਵੀ ਜਾਂਦਾ ਹੈ ਅਤੇ ਗੁਰਮੁਖ ਆਪਾਂ ਨੂੰ ਸਾਵਧਾਨ ਕਰਦੇ, ਕਈ ਵਾਰੀ ਉਹ ਫਿਰ ਸਾਡਾ ਮਨ ਜਿਹੜਾ ਮਹਿਸੂਸ ਕਰਨ ਲੱਗ ਜਾਂਦਾ ਵੀ ਅਸੀਂ ਤਾਂ ਜੀ ਸੰਗਤ 'ਚ ਆਉਂਦੇ ਹਾਂ ਵੀ ਸਾਨੂੰ ਉਠਾਇਆ ਕਿਉਂ। ਉਹ ਇਸ ਤਰ੍ਹਾਂ ਆਪਾਂ ਮਹਿਸੂਸ ਨਹੀਂ ਕਰਨਾ ਹੁੰਦਾ, ਕਿਉਂਕਿ ਜੇ ਗੁਰਮੁਖ ਉਠਾਉਂਦੇ ਵੀ ਆਪਾਂ ਨੂੰ, ਉਹ ਆਪਣੇ ਭਲੇ ਵਾਸਤੇ ਉਠਾਉਂਦੇ ਵੀ ਹੁਣ ਆਪਾਂ ਆਏ ਹਾਂ ਸਮਾਂ ਕੱਢ ਕੇ ਵੀ ਇੱਥੇ ਹੁਣ ਅਸੀਂ ਧਨ ਆਪਣਾ ਸਵਾਸਾਂ ਦਾ ਜਮ੍ਹਾਂ ਕਰਾ ਲਈਏ। ਵੀ ਜੇ ਅਸੀਂ ਸੌਂ ਕੇ ਹੀ ਇੱਥੋਂ ਚਲੇ ਗਏ ਤਾਂ ਅਸੀਂ ਵਾਪਸ ਮੁੜ ਗਏ, ਵੀ ਜਿਹੜਾ ਅਸੀਂ ਕੰਮ ਕਰਨ ਵਾਸਤੇ ਆਏ ਸੀ ਧਨ ਤਾਂ ਸਾਡਾ ਜਮ੍ਹਾਂ ਨਾ ਹੋਏ। ਇਸ ਵਾਸਤੇ ਆਪਾਂ ਜਦੋਂ ਸੰਗਤ ਰੂਪ 'ਚ ਮਿਲ ਕੇ ਸਾਰੇ ਸਿਮਰਨ ਕਰਦੇ ਹਾਂ, ਉਦੋਂ ਆਪਾਂ ਬੋਲ ਕੇ ਕਰਨਾ। ਵੈਖਰੀ ਬਾਣੀ ਵਿੱਚ ਕੋਸ਼ਿਸ਼ ਕਰਨੀ ਵੀ ਮਨ ਸੁਣਨ 'ਚ ਨਾ ਜਾਵੇ, ਜਾਗਤ ਅਵਸਥਾ 'ਚ ਰਹੀਏ। ਅਤੇ ਜਦੋਂ ਆਪਾਂ ਘਰਾਂ 'ਚ ਹੁੰਦੇ ਹਾਂ ਉਦੋਂ ਆਪਾਂ ਦੇਖਣਾ ਹੁੰਦਾ ਵੀ
ਉਦੋਂ ਆਪਾਂ ਸੁਣਨ 'ਚ ਜਾ ਸਕਦੇ ਵੀ ਜਦੋਂ ਹੁਣ ਆਪਾਂ ਦੇਖਿਆ ਵੀ ਨਹੀਂ ਅਸੀਂ ਕੁਛ ਕਰਨਾ ਫਰੀ ਹਾਂ, ਉਦੋਂ ਸਿਮਰਨ ਕਰਦੇ ਕਰਦੇ ਸਹਿਜ ਦੇ ਵਿੱਚ ਉਦੋਂ ਆਪਾਂ ਸੁਣਨ 'ਚ ਚਲੀ ਜਾਈਏ। ਅਤੇ ਜਦੋਂ ਸੰਗਤ ਰੂਪ ਦੇ ਵਿੱਚ ਉਦੋਂ ਆਪਾਂ ਸਾਰੇ ਕੋਸ਼ਿਸ਼ ਕਰੀਏ ਵੀ ਵੱਧ ਤੋਂ ਵੱਧ ਬੋਲ ਕੇ ਅਭਿਆਸ ਕਰੀਏ ਤਾਂ ਕਿ ਇਹ ਧਰਨਾ ਆਪਣਾ ਜਮ੍ਹਾਂ ਹੋਵੇ ਸਵਸਤ। ਹਾਂਜੀ, ਹੋਰ ਕੋਈ ਗੁਰਮੁਖ ਕਿਸੇ ਨੇ ਪੁੱਛਣਾ? ਹੋਰ ਕੋਈ ਗੁਰਮੁਖ ਕਿਸੇ ਨੇ ਸਵਾਲ ਕੋਈ ਪੁੱਛਣਾ? ਜਿਵੇਂ ਹੁਣ ਸਿਮਰਨ ਕਰਦੇ ਆਪਾਂ ਤੇ ਵਿੱਚ ਵਿਚਾਰ ਆ ਜਾਂਦਾ ਤੇ ਕੀ ਉਹ ਜਿਹੜੇ ਸਿਮਰਨ ਕਰਦੇ ਨੇ ਉਹ ਦਵਾ ਹੋਊਗਾ ਜਿਹੜੇ ਵਿਚਾਰ ਆਉਂਦਾ ਤਾਂ ਉਹ ਸਾਰੇ ਦੇ ਸਾਰੇ ਇਹਦੇ ਵਿੱਚ ਇੱਦਾਂ ਹੁੰਦਾ ਜੀ ਵੀ ਜਦੋਂ ਵਿਚਾਰ ਆਉਂਦਾ ਹੈ ਆਪਣਾ ਉਹ ਖਰਚ ਹੋ ਜਾਂਦਾ ਹੈ, ਉਹ ਉਹੀ ਖਰਚ ਹੁੰਦਾ ਜਿਹੜੇ ਵਿਚਾਰਾਂ ਤੋਂ ਰਹਿਤ ਉਹ ਆਪਣਾ ਜਮ੍ਹਾਂ ਹੋ ਜਾਂਦਾ। ਇੰਨਾ ਬਰੀਕੀ ਦੇ ਵਿੱਚ ਹਿਸਾਬ ਹੁੰਦਾ ਹੈ ਜਦੋਂ ਕਰਦੇ ਨੇ ਵੀ ਇੱਕ ਸਵਾਸ ਦੇ 12ਵੇਂ ਹਿੱਸੇ ਤੱਕ ਵੀ ਕਈ ਵਾਰੀ ਸਾਨੂੰ ਸਵਾਸ ਦੇ ਵਿੱਚ ਥੋੜ੍ਹਾ ਜਿਹਾ ਫੁਰਨ ਆ ਜਾਂਦਾ, ਫਿਰ ਮਨ ਵਾਪਸ ਆ ਜਾਂਦਾ। ਉਹ ਤਾਂ ਕਰਕੇ ਫਿਰ ਜਿੰਨਾ ਕੁ ਵਿਚਾਰ ਆਉਂਦਾ ਉਨਾ ਕੁ ਕੱਟਿਆ ਜਾਂਦਾ, ਬਾਕੀ ਜਮ੍ਹਾਂ ਹੋ ਜਾਂਦਾ। ਤਾਂਹੀਓ ਮਹਾਰਾਜ ਸਾਨੂੰ ਸਮਝਾਉਂਦੇ ਨਾ, ਕਹਿੰਦੇ ਘੜੀ ਮੋਹਤ ਕਾ ਲੇਖਾ ਲੇਵੇ ਰਤੀਓਂ ਮਾਸਾ ਤੋਲ ਕਢਾਵਨੇ ਆ। ਵੀ ਉਹ ਜਦੋਂ ਇੰਨਾ ਬਰੀਕੀ 'ਚ ਹੁੰਦਾ ਵੀ ਇੱਕ ਸਵਾਸ ਦੇ ਉਹ 12ਵੇਂ ਹਿੱਸੇ ਤੱਕ ਦਾ ਵੀ ਉਹ ਹਿਸਾਬ ਕੱਢ ਲੈਂਦੇ। ਅਤੇ ਇਸ ਵਾਸਤੇ ਫਿਰ ਜਿੰਨਾ ਕੁ ਸਾਨੂੰ ਉਹ ਕੁਝ ਨਾ ਕੁਝ ਤਾਂ ਆਪਣਾ ਜਮ੍ਹਾਂ ਹੁੰਦਾ ਹੀ ਹੈ ਨਾ, ਇਹ ਤਾਂ ਨਹੀਂ ਵੀ ਆਪਾਂ ਨੂੰ ਲਗਾਤਾਰ ਹੀ ਵਿਚਾਰ ਆਈ ਜਾਂਦੇ। ਉਹ ਕੁਛ ਨਾ ਕੁਛ ਜਦੋਂ ਵਿਚਾਰ ਆਉਂਦਾ ਵੀ ਇਹ ਆਪਾਂ ਗਿਆਨ ਦੁਆਰਾ ਫਿਰ ਮਨ ਨੂੰ ਮੋੜ ਲਿਆਉਂਦੇ, ਉਹ ਫਿਰ ਉਹਨੇ ਸਾਡੇ ਜਮ੍ਹਾਂ ਹੋ ਜਾਂਦੇ ਅਤੇ ਬਾਕੀ ਜਿੱਥੇ ਵਿਚਾਰ ਆਉਂਦਾ ਉਹਨਾਂ ਦਾ ਕੱਟਿਆ ਜਾਂਦਾ। ਅੱਛਾ ਜੀ, ਜਿਵੇਂ ਹੁਣ ਸਿਮਰਨ ਕਰਦੇ ਹਾਂ ਕਈ ਵਾਰ ਮਨ ਦੂਰ ਨਿਕਲ ਜਾਂਦਾ, ਉਹਦੇ ਵਾਸਤੇ ਕੰਮ ਉਹਨੂੰ ਫਿਰ ਆਪਾਂ ਮੋੜ ਕੇ ਲਿਆਉਣਾ ਨਾ ਜੀ ਵਾਪਸ ਬਿਤਾ ਕੇ ਉਹ ਆਪਦੀ ਆਵਾਜ਼ ਨੂੰ ਸੁਣਨਾ। ਆਪਾਂ ਉਹ ਦੂਰ ਤਾਂਹੀਓ ਚਲਾ ਜਾਂਦਾ ਨਹੀਂ ਵੀ ਆਪਦੀ ਆਵਾਜ਼ ਨੂੰ ਨਹੀਂ ਸੁਣਦੇ। ਜਦੋਂ ਆਪਾਂ ਆਪਦੀ ਆਵਾਜ਼ ਨੂੰ ਸੁਣਾਂਗੇ ਤਾਂ ਫਿਰ ਨੇੜੇ ਆ ਜਾਏਗਾ। ਤਾਂਹੀਓ ਆਪਾਂ ਨੂੰ ਕਹਿੰਦੇ ਵੀ ਕਿਸੇ ਹੋਰ ਦੀ ਨਹੀਂ, ਤੁਸੀਂ ਆਪਦੀ ਆਵਾਜ਼ ਨੂੰ ਹੀ ਸੁਣੋ ਤਾਂ ਕਿ ਸਾਡਾ ਮਨ ਨੇੜੇ ਰਵੇ। ਜਦੋਂ ਅਸੀਂ ਆਪਦੀ ਆਵਾਜ਼ ਨੂੰ ਨਹੀਂ ਸੁਣਦੇ ਉਹ ਫਿਰ ਦੂਰ ਚਲਾ ਜਾਂਦਾ। ਇਹਨੂੰ ਫਿਰ ਵਾਪਸ ਆਪਦੀ ਆਵਾਜ਼ ਨੂੰ, ਤਾਂਹੀਓ ਆਪਾਂ ਉੱਚੀ ਬੋਲਦੇ ਹਾਂ। ਜਿਵੇਂ ਹੁਣ ਇਹਦੇ ਵਿੱਚ ਵੀ ਭੇਦ ਹੈ, ਕਈ ਜੀਵ ਕਹਿ ਦਿੰਦੇ ਵੀ ਰੱਬ ਕਿਹੜਾ ਬੋਲਾ ਹੈ, ਵੀ ਉੱਚੀ ਉੱਚੀ ਬੋਲ ਕੇ ਤੁਸੀਂ ਕਿਹਨੂੰ ਸੁਣਾਉਂਦੇ ਹੋ। ਉਹ ਜਿਵੇਂ ਇੱਕ ਗੁਰਮੁਖ ਸੀ ਆਪਣੇ, ਕੋਈ ਉਹ ਸਿਮਰਨ ਕਰਦੇ ਸੀ ਅਤੇ ਉਹ ਕੋਈ ਗੁਰਮੁਖ ਉਹਨਾਂ ਕੋਲ ਆਇਆ ਅਤੇ ਉਹ ਉਹਨਾਂ ਦਾ ਅੰਦਰ ਹੀ ਬਦਲ ਗਿਆ। ਉਹ ਕਹਿੰਦਾ ਵੀ ਤੂੰ ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਬੋਲ ਕੇ ਕਰੀ ਜਾਂਦਾ, ਰੱਬ ਕੋਈ ਬੋਲਾ ਥੋੜ੍ਹੀ ਹੈ। ਬਈ ਤੂੰ ਤਾਂ ਰੱਬ ਨੂੰ ਵੀ ਪਰੇਸ਼ਾਨ ਕੀਤਾ ਹੋਇਆ ਬੋਲ ਬੋਲ ਕੇ, ਵੀ ਇਹ ਨਹੀਂ ਬੋਲ ਕੇ ਨਹੀਂ ਕਰਨਾ। ਉਹ ਮਨ ਤਾਂ ਪਹਿਲਾਂ ਹੀ ਪੁੱਠੇ ਪਾਸੇ ਨਸ਼ੇਦੀ ਮੰਨਦਾ ਹੈ, ਇੱਧਰ ਨੂੰ ਘੱਟ ਚੱਲਦਾ ਹੈ। ਉਹ ਕਹਿੰਦਾ ਉਹਨੂੰ ਮੰਨ ਗਿਆ ਪੂਰਾ, ਉਹ ਕਹਿੰਦਾ ਵੀ ਵਾਕਈ ਠੀਕ ਹੈ, ਮੈਂ ਤਾਂ ਰੱਬ ਨੂੰ ਹੀ ਦੁਖੀ ਕਰਨ ਲੱਗਿਆ ਸ਼ਾਇਦ। ਉਹਨੇ ਬੋਲਣਾ ਬੰਦ ਕਰਤਾ ਅਤੇ ਮੁੜ ਕੇ ਉਹਦਾ ਫੋਨ ਆਇਆ ਅਤੇ ਕਹਿੰਦਾ ਜਿਵੇਂ ਮੈਨੂੰ ਤਾਂ ਬੜਾ ਅਪਸੈਟ ਆ, ਮੈਂ ਤਾਂ ਬੜਾ ਦੁਖੀ ਹੋ ਗਿਆ। ਮੈਂ ਕਿਹਾ ਵੀ ਕੀ ਹੋ ਗਿਆ ਦੱਸੋ। ਕਹਿੰਦਾ ਵੀ ਮੈਨੂੰ, ਉਹ ਕਹਿੰਦੇ ਵੀ ਰੱਬ ਕਿਤੇ ਬੋਲਾ ਹੈ ਅਤੇ ਮੈਂ ਉਹਨਾਂ ਦਾ ਕਹਿਣਾ ਮੰਨ ਕੇ ਮੈਂ ਤਾਂ ਸਿਮਰਨ ਬੰਦ ਕਰਤਾ। ਅਤੇ ਜਦੋਂ ਦਾ ਸਿਮਰਨ ਬੰਦ ਕੀਤਾ ਮੈਂ ਤਾਂ ਔਖਾ ਬੜਾ ਹੋ ਗਿਆ, ਮੈਂ ਤਾਂ ਬੜਾ ਪਰੇਸ਼ਾਨ। ਅਤੇ ਕਈ ਜੀਵ ਇੱਦਾਂ ਦੇ ਵੀ ਮਿਲ ਜਾਂਦੇ, ਫਿਰ ਉਹਨਾਂ ਨੂੰ ਸਮਝਾਇਆ ਵੀ ਰੱਬ ਨਹੀਂ ਬੋਲਾ। ਸਿਮਰਨ ਜਿਹੜਾ ਆਪਾਂ ਕਰਦੇ ਹਾਂ ਉੱਚੀ ਬੋਲ ਕੇ, ਇਹ ਆਪਾਂ ਰੱਬ ਨੂੰ ਨਹੀਂ ਸੁਣਾਉਂਦੇ। ਰੱਬ ਤਾਂ ਉੱਦਾਂ ਹੀ ਜਾਣਦਾ, ਤਾਂ ਬਿਨਾਂ ਬੋਲਿਆਂ ਤੋਂ ਵੀ ਜਾਣਦਾ। ਵੀ ਇਹ ਸਿਮਰਨ ਆਪਾਂ ਉੱਚੀ ਇਸ ਕਰਕੇ ਕਰਦੇ ਹਾਂ ਵੀ ਸਾਡਾ ਮਨ ਬੋਲਾ ਹੋ ਗਿਆ। ਵੀ ਮਨ ਹੈ ਜਿਹੜਾ ਇਹ ਸਾਡਾ ਸੌਂ ਗਿਆ ਵਿਚਾਰਾਂ ਦੇ ਵਿੱਚ, ਉੱਚੀ ਤਾਂ ਬੋਲਦੇ ਵੀ ਇਹ ਦੂਰ ਚਲਿਆ ਜਾਂਦਾ। ਜਿਵੇਂ ਗੁਰਮੁਖ ਕਹਿੰਦੇ ਵੀ ਦੂਰ ਚੱਲਿਆ ਜਾਂਦਾ। ਹੁਣ ਜਿਵੇਂ ਕੋਈ ਆਪਾਂ ਤੋਂ ਦੂਰ ਹੈ, ਆਪਾਂ ਉਹਨੂੰ ਉੱਚੀ ਆਵਾਜ਼ ਮਾਰਾਂਗੇ ਫੇਰ ਹੀ ਉਹਦੇ ਤੱਕ ਪਹੁੰਚਣੀ। ਜੇ ਹੁਣ ਆਪਾਂ ਤੋਂ ਇੰਨੀ ਦੂਰ ਹੈ ਵੀ ਆਪਾਂ ਹੌਲੀ ਹੌਲੀ ਬੋਲੀ ਜਾਵਾਂਗੇ ਅਤੇ ਉਹਨੂੰ ਸੁਣਨੀ ਵੀ ਨਹੀਂ, ਉਹਦੇ ਤੱਕ ਪਹੁੰਚਣੀ ਨਹੀਂ ਆਵਾਜ਼। ਇਸੇ ਤਰ੍ਹਾਂ ਹੁਣ ਮਹਾਰਾਜ ਕਹਿੰਦੇ ਮਨ ਹੈ ਜਿਹੜਾ ਸਾਡਾ ਸੌਂ ਗਿਆ ਵਿਚਾਰਾਂ ਦੇ ਵਿੱਚ, ਸੁੱਤਾ ਪਿਆ। ਹੁਣ ਕੋਈ ਜੀਵ ਸੁੱਤਾ ਹੋਵੇ ਅਤੇ ਸੁੱਤੇ ਹੋਏ ਨੂੰ ਜੇ ਆਪਾਂ ਠਾਉਣਾ ਹੋਵੇ ਅਤੇ ਉਹਨੂੰ ਆਪਾਂ ਆਵਾਜ਼ ਦੇਵਾਂਗੇ ਫੇਰ ਹੀ ਉਹ ਜਾਗੇਗਾ। ਜੇ ਹੁਣ ਆਪਾਂ ਆਖੀਏ ਵੀ ਅਸੀਂ ਬੋਲਣਾ ਹੀ ਨਹੀਂ ਮੁੱਖ 'ਚ, ਵੀ ਅਸੀਂ ਉੱਚੀ ਨਹੀਂ ਆਵਾਜ਼ ਮਾਰਨੀ, ਅਸੀਂ ਅੰਦਰ ਹੀ ਬੋਲੀ ਜਾਂਦੇ ਹਾਂ ਜੀ, ਅਤੇ ਉਹਦੇ ਤੱਕ ਪਹੁੰਚਣੀ ਨਹੀਂ, ਉਹਨੇ ਉੱਠਣਾ ਹੀ ਨਹੀਂ। ਇਸ ਕਰਕੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਬੋਲਾ ਰੱਬ ਨਹੀਂ ਹੈ, ਵੀ ਬੋਲਾ ਸਾਡਾ ਮਨ ਹੈ।
ਇਹ ਮਨ ਬੋਲਾ ਹੋ ਚੁੱਕਿਆ, ਤਾਂ ਕਰਕੇ ਫਿਰ ਆਪਾਂ ਉੱਚੀ ਬੋਲਦੇ ਹਾਂ, ਇਹਨੂੰ ਸੁਣਾਉਂਦੇ ਹਾਂ ਵੀ ਤਾਂ ਕਿ ਇਹ ਆਵਾਜ਼ ਨੂੰ ਸੁਣੇ ਤੇ ਇਹ ਜਾਗਤ ਅਵਸਥਾ 'ਚ ਆਵੇ, ਇਹ ਘਰੇ ਆਵੇ। ਉਹ ਫਿਰ ਜਦੋਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾਇਆ ਤੇ ਫਿਰ ਉਹ ਕਹਿੰਦੇ ਵੀ ਠੀਕ ਆ, ਵੀ ਮੈਂ ਤਾਂ ਬੜਾ, ਉਹਨਾਂ ਦੀ ਗੱਲ ਤਾਂ ਮੈਨੂੰ ਬੜੀ ਜਚੀ ਸੀ ਵੀ ਵਾਕਈ ਵੀ ਰੱਬ ਕਿਹੜਾ ਬੋਲਾ, ਵੀ ਮੈਂ ਤਾਂ ਉਵੇਂ ਬੋਲੀ ਜਾਂਦਾ ਉੱਚੀ ਉੱਚੀ। ਉਹ ਇਸ ਕਰਕੇ ਵੀ ਇਹ ਤਾਂ ਆਪਾਂ ਵਿਚਾਰ ਕਰਦੇ ਵੀ ਕਈ ਚੀਜ਼ ਐਸੇ ਮਿਲ ਜਾਂਦੇ ਆਪਾਂ ਨੂੰ ਵੀ ਉਹ ਚੀਜ਼ ਨੂੰ ਫਿਰ ਆਪਾਂ, ਇਹ ਗਿਆਨ ਆਪਾਂ ਨੂੰ ਜੇ ਹੋਏਗਾ ਤੇ ਫਿਰ ਆਪਾਂ ਉਹਨਾਂ ਨੂੰ ਵੀ ਦੱਸ ਸਕਦੇ ਹਾਂ ਵੀ ਰੱਬ ਨਹੀਂ ਬੋਲਾ ਹੈ, ਵੀ ਅਸੀਂ ਵੀ ਸਿਮਰਨ ਉੱਚੀ ਕਰਕੇ ਰੱਬ ਨੂੰ ਨਹੀਂ ਸੁਣਾ ਰਹੇ, ਇਹ ਤਾਂ ਅਸੀਂ ਆਪਦੇ ਆਪ ਨੂੰ ਹੀ ਸੁਣਾ ਰਹੇ ਹਾਂ, ਮਨ ਨੂੰ ਸੁਣਾ ਰਹੇ ਹਾਂ, ਵੀ ਤਾਂ ਕਿ ਮਨ ਸੁੱਤਾ ਪਿਆ ਇਹ ਜਾਗ ਪਵੇ। ਸੋ ਇਸ ਕਰਕੇ ਜਦੋਂ ਫਿਰ ਜ਼ਿਆਦਾ ਦੂਰ ਚਲਾ ਜਾਂਦਾ ਫਿਰ ਜ਼ਿਆਦਾ ਉੱਚੀ ਬੋਲਣਾ, ਤਾਂ ਹੀ ਉੱਚੀ ਉੱਚੀ ਬੋਲਦੇ ਆਪਾਂ ਸਿਮਰਨ ਕਰਦੇ ਬਿਖਰੀ ਬਾਣੀ ਵਿੱਚ, ਵੀ ਜਦੋਂ ਜ਼ਿਆਦਾ ਦੂਰ ਜਾਵੇ ਤੇ ਵੀ ਇਹਨੂੰ ਸੁਣਾਈਏ ਵੀ ਤਾਂ ਕਿ ਨੇੜੇ ਆਵੇ। ਜਦੋਂ ਨੇੜੇ ਆ ਗਿਆ ਫਿਰ ਤਾਂਹੀਓ ਆਪਾਂ ਫਿਰ ਹੌਲੀ ਬੋਲਣਾ ਸ਼ੁਰੂ ਕਰ ਦਿੰਦੇ ਵੀ ਜਦੋਂ ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ ਹੁਣ ਐਡੀ ਦੂਰ ਨਹੀਂ ਜਾਂਦਾ, ਫਿਰ ਆਪਾਂ ਆਵਾਜ਼ ਘਟਾ ਲਓ। ਫਿਰ ਜਦੋਂ ਪਤਾ ਲੱਗ ਗਿਆ ਵੀ ਹੁਣ ਬਿਲਕੁਲ ਨੇੜੇ ਆ ਗਿਆ, ਫਿਰ ਹੌਲੀ ਹੌਲੀ ਅੰਦਰ ਆਪਾਂ ਹੋ ਜਾਂਦੇ ਵੀ ਹੁਣ ਅੰਤਰਮੁਖੀ ਆ ਗਏ, ਵੀ ਹੁਣ ਬਾਹਰ ਨਹੀਂ ਜਾ ਰਹੇ, ਫਿਰ ਅੰਤਰਮੁਖੀ ਕਰਨਾ ਸ਼ੁਰੂ ਕਰ ਦਿੰਦੇ। ਮੱਧਮਾ 'ਚ ਆ ਗਏ, ਫਿਰ ਹੋਰ ਸਹਿਜ 'ਚ ਆ ਗਿਆ, ਫਿਰ ਹੋਰ ਪਸੰਤੀ ਬਾਣੀ 'ਚ ਆ ਗਈ, ਤੇ ਫਿਰ ਅੱਗੇ ਪਰਾ ਬਾਣੀ ਚੱਲ ਗਈ। ਇਹ ਮਤਲਬ ਤਰੀਕਾ ਹੈ, ਜੁਗਤੀ ਹੈ ਮਨ ਨੂੰ ਘਰ ਦੇ ਵਿੱਚ ਲੈ ਕੇ ਆਉਣ। ਉਹ ਇਸ ਕਰਕੇ ਵੀ ਇਹਦੇ ਵਿੱਚ ਫਿਰ ਇਹ ਹੈ ਵੀ ਜਦੋਂ ਮਨ ਜ਼ਿਆਦਾ ਦੂਰ ਜਾਂਦਾ ਉਦੋਂ ਆਪਾਂ ਜ਼ਿਆਦਾ ਉੱਚੀ ਬੋਲ ਕੇ ਸਿਮਰਨ ਕਰਨਾ, ਜੇ ਨਹੀਂ ਦੂਰ ਜਾਂਦਾ ਫਿਰ ਆਪਾਂ ਸਹਿਜ ਦੇ ਵਿੱਚ ਹੌਲੀ ਹੌਲੀ ਕਰ ਲੈਣਾ। ਇਸ ਵਾਸਤੇ ਇਸ ਤਰੀਕੇ ਨਾਲ ਕਰਿਆ ਕਰੋ, ਜਦੋਂ ਜ਼ਿਆਦਾ ਦੂਰ ਜਾਂਦਾ ਫਿਰ ਉੱਚੀ ਬੋਲ ਕੇ ਇਹਨੂੰ ਲਾ ਕੇ ਲਿਆਉਣਾ ਵਾਪਸ। ਹਾਂਜੀ, ਹੋਰ ਕੋਈ ਗੁਰਮਤਿ ਭਾਈ? ਜਦੋਂ ਆਪਾਂ ਸਹਿਜ ਦੇ ਵਿੱਚ ਆਉਣਾ ਜੀ, ਉਦੋਂ ਆਪਾਂ ਸਵਾਸਾਂ ਦੇ ਨਾਲ ਹੀ ਕਰਨਾ ਹੁੰਦਾ ਵੀ, ਉਦੋਂ ਆਪਾਂ ਮਹਿਸੂਸ ਕਰਨਾ, ਜਿਵੇਂ ਮੁੱਖ ਬੰਦ ਕਰ ਲੈਂਦੇ, ਸਵਾਸ ਅੰਦਰ ਜਾ ਰਹੇ ਆਪਾਂ ਮਹਿਸੂਸ ਕਰਦੇ ਹਾਂ, ਵਾਹੇ ਬਾਹਰ ਨੂੰ ਆਉਂਦਾ ਮਹਿਸੂਸ ਕਰਦੇ ਹਾਂ ਗੁਰੂ। ਤੇਰੇ ਦੋ ਸਿਰੇ ਨੇ ਆਪਣੇ, ਜਿੱਥੋਂ ਮਨ ਵੱਖ ਹੁੰਦਾ ਪਾਉਣ, ਵੀ ਆਪਾਂ ਪਾਉਣ 'ਚ ਮਿਲ ਗਏ ਆ। ਜਦੋਂ ਸਵਾਸ ਅੰਦਰ ਗਿਆ ਪਾਉਣ ਅੰਦਰ ਗਈ, ਮਹਿਸੂਸ ਕੀਤਾ ਵਾਹੀ, ਜਦੋਂ ਪਾਉਣ ਬਾਹਰ ਆਈ ਮਹਿਸੂਸ ਕੀਤਾ ਗੁਰੂ। ਫਿਰ ਇਹ ਪਾਉਣ ਹੈ ਜਿਹੜੀ ਇਹ ਦੋ ਸਿਰਿਆਂ 'ਤੇ ਰੁਕਦੀ ਹੈ। ਇੱਕ ਜਿਹੜੀ ਆਪਣੀ ਇਹ ਨਾਭੀ ਹੈ, ਇਹਨੂੰ ਨਾਭ ਘਾਟ ਕਹਿੰਦੇ, ਇੱਥੇ ਜਾ ਕੇ ਪਾਉਣ ਰੁਕਦੀ ਹੈ ਥੋੜ੍ਹੀ ਜਿਹੀ, ਅਤੇ ਇੱਕ ਜਿਹੜਾ ਆਪਣਾ ਇਹ ਸਹਿਜ ਘਾਟ ਹੈ ਨੇਤਰਾਂ ਦੇ ਵਿਚਾਲੇ, ਇੱਥੋਂ ਪਾਉਣ ਰੁਕਦੀ ਉੱਪਰ ਤੇ ਇੱਥੋਂ ਥੱਲੇ ਨੂੰ ਮੁੜ ਜਾਂਦੀ। ਫਿਰ ਆਪਾਂ ਜਦੋਂ ਸਵਾਸਾਂ ਦੇ ਨਾਲ ਸੁਰਤੀ ਦੁਆਰਾ ਸਿਮਰਨ ਕਰਨਾ, ਅਤੇ ਫਿਰ ਆਪਾਂ ਦੇਖਣਾ ਵੀ ਜਦੋਂ ਹੁਣ ਸਾਡਾ ਮਨ ਬਿਲਕੁਲ ਟਿਕ ਗਿਆ, ਫਿਰ ਆਪਾਂ ਇਹਨਾਂ ਸਿਰਿਆਂ 'ਤੇ ਬੈਠ ਕੇ ਦੇਖਣਾ ਹੁੰਦਾ ਵੀ ਸਾਡਾ ਮਨ ਕਿੱਥੇ ਬਹਿੰਦਾ। ਜਿਹੜਾ ਆਪਾਂ ਵਾਹੀ ਮਹਿਸੂਸ ਕੀਤਾ ਵੀ ਇੱਥੇ ਨਾਭ ਘਾਟ 'ਤੇ ਬੈਠ ਗਿਆ, ਇੱਥੇ ਬਿਠਾ ਲੈਣਾ, ਬੈਠ ਗਿਆ ਅਤੇ ਪਾਉਣ ਤੋਂ ਅਸੀਂ ਅਲੱਗ ਹੋ ਗਏ, ਵੱਖ ਹੋ ਗਏ। ਪਾਉਣ ਦਾ ਸੰਬੰਧ ਸਰੀਰ ਨਾਲ ਹੋ ਗਿਆ, ਚੱਲਣ ਲੱਗ ਗਈ, ਅਤੇ ਮਨ ਸਾਡੀ ਸੁਰਤੀ ਉੱਥੇ ਬੈਠੇ। ਉੱਥੇ ਜਦੋਂ ਅਸੀਂ ਬੈਠਾਂਗੇ ਪਾਉਣ ਤੋਂ ਅਲੱਗ ਹੋ ਗਏ, ਉੱਥੋਂ ਸ਼ਬਦ ਪ੍ਰਗਟ ਹੁੰਦਾ। ਜਾਂ ਫਿਰ ਅਸੀਂ ਇੱਥੇ ਦੇਖਣਾ ਵੀ ਜੇ ਇੱਥੇ ਸਾਡੀ ਸੁਰਤੀ ਟਿਕਦੀ ਹੈ, ਇੱਥੇ ਬਹਿੰਦੀ ਹੈ, ਅਤੇ ਅਸੀਂ ਇੱਥੇ ਬੈਠ ਕੇ ਇੱਥੋਂ ਵੀ ਸ਼ਬਦ ਪ੍ਰਗਟ ਹੁੰਦਾ, ਇੱਥੋਂ ਵੀ ਸ਼ਬਦ ਸੁਣ। ਇਹ ਫਿਰ ਇਸ ਤਰ੍ਹਾਂ ਆਪਾਂ ਕਰਨਾ ਹੁੰਦਾ ਵੀ ਪਹਿਲਾਂ ਸਵਾਸਾਂ ਦੇ ਨਾਲ ਕਰਕੇ ਪਾਉਣ 'ਚ ਲਾ ਲਿਆ ਮਨ ਨੂੰ, ਫਿਰ ਆਪਾਂ ਦੇਖਣਾ ਵੀ ਕਿੱਥੇ ਬਹਿੰਦਾ ਹੈ, ਉੱਥੇ ਬਿਠਾ ਕੇ ਫਿਰ ਉੱਥੋਂ ਸਿੱਧਾ ਹੀ ਸੁਣਨ 'ਚ ਚਲੇ ਜਾਂਦਾ। ਇਹ ਤਰੀਕਾ ਹੈ ਸੁਣਨ 'ਚ ਜਾਣ ਦਾ ਸੌਖਾ, ਵੀ ਪਹਿਲਾਂ ਬੋਲ ਕੇ ਸਿਮਰਨ ਕਰਕੇ ਅੰਤਰਮੁਖੀ ਹੋ ਗਏ ਸਵਾਸਾਂ ਨਾਲ, ਫਿਰ ਆਪਾਂ ਜਦੋਂ ਧਿਆਨ ਲਾਵਾਂਗੇ ਅਤੇ ਜਿੱਥੇ ਪਾਉਣ ਰੁਕਦੀ ਹੈ ਅਤੇ ਉੱਥੋਂ ਹੀ ਫਿਰ ਅੱਗੇ ਸੁਣਨ ਦੇ ਵਿੱਚ ਨਾਲ ਹੀ ਮਨ ਚੱਲਦਾ। ਲੱਗੀ ਨਹੀਂ ਸਮਝ ਵੀ? ਉਹ ਤਾਂ ਸੁਣਨਾ ਆਪਾਂ ਤਾਂ ਨਹੀਂ, ਜਦੋਂ ਉਹ ਬੋਲ ਕੇ ਕਰਦੇ ਉਦੋਂ ਆਪਾਂ ਕੰਨਾਂ ਨਾਲ ਸੁਣਦੇ ਹਾਂ। ਜਦੋਂ ਹੁਣ ਆਪਾਂ ਤੁਸੀਂ ਆਖਿਆ ਨਾ ਵੀ ਆਪਾਂ ਅੰਤਰਗਤ ਹੋ ਗਏ, ਉਦੋਂ ਆਪਾਂ ਬੋਲਣਾ ਤਾਂ ਬੰਦ ਕਰ ਦਿੱਤਾ, ਹੁਣ ਉਦੋਂ ਆਪਾਂ ਸੁਣਨਾ ਤਾਂ ਹੈ, ਕਿਉਂਕਿ ਉਦੋਂ ਆਪਾਂ ਜਦੋਂ ਆਵਾਜ਼ ਹੀ ਨਹੀਂ ਬੋਲ ਹੀ ਨਹੀਂ ਰਹੀ, ਫਿਰ ਆਪਾਂ ਸਵਾਸਾਂ 'ਚ ਮਿਲਾ ਲਿਆ। ਸਵਾਸਾਂ 'ਚ ਮਿਲਾ ਲਿਆ, ਜਦੋਂ ਮਹਿਸੂਸ ਕਰਨਾ ਵੀ ਸਵਾਸ ਅੰਦਰ ਜਾ ਰਿਹਾ ਬਾਹਰ ਜਾ ਰਿਹਾ,
ਉਹ ਥੋੜ੍ਹਾ ਸਮਾਂ ਕਰਕੇ ਫਿਰ ਆਪਾਂ ਦੇਖਣਾ ਵੀ ਸਾਡੀ ਸੁਰਤੀ ਕਿੱਥੇ ਟਿਕਦੀ, ਵੀ ਜਿੱਥੇ ਜਾ ਕੇ ਸਵਾਸ ਰੁਕਦੇ ਨਾਭ ਘਾਟ ਦੇ ਟਿਕਦੀ ਉੱਥੇ ਟਿਕਾ ਲੈਣਾ, ਉੱਥੇ ਰੁਕ ਜਾਣਾ। ਜਦੋਂ ਉੱਥੇ ਰੁਕ ਗਏ ਤੇ ਉੱਥੋਂ ਅੱਗੇ ਨਾਲ ਹੀ ਸੁਣਨ 'ਚ ਚਲੇ ਜਾਣਾ ਮਨ, ਤੇ ਜੇ ਇੱਥੇ ਟਿਕਦੀ ਇੱਥੇ ਟਿਕਾ ਲਿਆ ਤੇ ਇੱਥੋਂ ਵੀ ਸਿੱਧਾ ਹੀ ਸੁਣਨ 'ਚ ਚਲੇ ਜਾਣਾ ਮਨ। ਇਹ ਤਰੀਕਾ ਹੈ ਸੁਣਨ 'ਚ ਜਾਣ ਦਾ ਛੇਤੀ ਜੀ। ਤੇ ਜੇ ਹੋਰ ਆਪਾਂ ਦੇਖਣਾ ਹੋਵੇ ਬਈ ਹੁਣ ਕਈ ਵਾਰ ਨੀਂਦ ਨਹੀਂ ਆਉਂਦੀ, ਉਹਦੇ ਵਾਸਤੇ ਫਿਰ ਕੁੰਭ ਕਿਰਿਆ ਹੁੰਦੀ। ਕੁੰਭ ਕਿਰਿਆ ਦੇ ਵਿੱਚ ਇਹ ਹੁੰਦਾ ਵੀ ਉੱਥੇ ਸਿਮਰਨ ਨਹੀਂ ਕਰਨਾ, ਉਹ ਧਿਆਨ ਦੁਆਰਾ ਹੁੰਦਾ ਹੈ। ਵੀ ਜਿਵੇਂ ਕੁੰਭ ਕਹਿੰਦੇ ਪੇਟ ਨੂੰ ਆਪਣੇ ਘੜਾ, ਵੀ ਇਹਦੇ ਵਿੱਚ ਸਵਾਸ ਭਰ ਲਿਆ, ਕੁੰਭ ਨੂੰ ਜਿਵੇਂ ਭਰ ਲਿਆ ਪਾਣੀ ਦੇ ਨਾਲ, ਫਿਰ ਇਹਨੂੰ ਡੋਲ ਦਿੱਤਾ, ਸਵਾਸ ਲਿਆ ਭਰ ਲਿਆ, ਥੋੜ੍ਹਾ ਸਮਾਂ ਰੁਕੇ ਫਿਰ ਛੱਡ ਦਿੱਤਾ, ਫਿਰ ਸਵਾਸ ਲੰਮਾ ਲਿਆ ਭਰ ਲਿਆ, ਉਹਨੂੰ ਕੁੰਭ ਕਿਰਿਆ ਕਹਿੰਦੇ। ਜਦੋਂ ਇਸ ਤਰੀਕੇ ਨਾਲ ਕਰਾਂਗੇ ਤੇ ਉਹ ਇੱਕਦਮ ਸੁਣਨ 'ਚ ਚਲੇ ਜਾਂਦਾ, ਨੀਂਦ ਆ ਜਾਂਦੀ। ਇਹ ਹੈ ਤਰੀਕਾ ਸੁਣਨ 'ਚ ਜਾਣ ਦਾ। ਹੋਰ ਕੋਈ ਗੁਰਮੁਖ ਬਾਈ ਸਮਾਂ ਹੋ ਗਿਆ ਜੀ? ਕਰ ਲਓ ਚਾਰ ਸਮਾਂ ਹੈ। ਪੌਣ ਸਮ ਤਾਂ ਹੀ ਜਦੋਂ ਆਪਾਂ ਸਿਮਰਨ ਕਰਦੇ ਹਾਂ, ਇਹ ਸਾਸ ਗਿਰਾਸ ਆਪਦੀ ਆਵਾਜ਼ ਨੂੰ ਸੁਣਦੇ ਹਾਂ ਤੇ ਪੌਣ ਸਮ ਹੋ ਜਾਂਦੀ। ਇਹ ਪੌਣ ਸਮ ਕਰਨ ਦਾ ਹੀ ਤਰੀਕਾ ਨਹੀਂ, ਜਦੋਂ ਆਪਾਂ ਸਿਮਰਨ ਕਰਾਂਗੇ ਆਪਦੀ ਆਵਾਜ਼ 'ਤੇ ਧਿਆਨ ਰੱਖਾਂਗੇ ਤੇ ਪੌਣ ਸਮ ਹੋ ਜਾਂਦੀ। ਜਿਉਂ ਅਭਿਆਸ ਕਰਾਂਗੇ ਸਮ ਹੁੰਦੀ ਜਾਂਦੀ। ਇਹੋ ਤਰੀਕਾ ਹੈ ਸਾਸ ਗਿਰਾਸ। ਹਾਂਜੀ, ਹੋਰ ਕੋਈ ਗੁਰਮੁਖ ਵਾਹਿਗੁਰੂ? ਠੀਕ ਹੈ। ਹਾਂਜੀ, ਆਪਾਂ ਨੂੰ ਦੱਸਿਆ ਨਹੀਂ ਮਹਾਰਾਜ ਵੀ ਨਾਲ ਨਾਲ ਆਪਾਂ ਕਰਮ ਦੇ ਦ੍ਰਿੜ ਕਰਨਾ, ਨਾਲ ਨਾਲ ਅਭਿਆਸ ਕਰਨਾ। ਕਈ ਵਾਰੀ ਸਾਨੂੰ ਕੀ ਹੁੰਦਾ ਵੀ ਅਸੀਂ ਕੰਮ ਤੋਂ ਵਿਹਲੇ ਹੋਵਾਂਗੇ ਤੇ ਫੇਰ ਹੀ ਸਿਮਰਨ ਕਰਾਂਗੇ। ਆਪਾਂ ਇੱਦਾਂ ਨਹੀਂ ਕਰਨਾ, ਆਪਾਂ ਕਿਸੇ ਵੀ ਵਸਤ 'ਚ ਆਪਾਂ ਸਿਮਰਨ ਕਰਨਾ ਹੁੰਦਾ, ਨਾਲ ਨਾਲ ਕੰਮ ਕਰਦੇ ਨਾਲ ਨਾਲ ਸਿਮਰਨ ਕਰਨਾ। ਇਸ ਲਈ ਮਹਾਰਾਜ ਕਹਿੰਦੇ ਸਿਮਰ ਸਿਮਰ ਹਰਿ ਕਾਰਨ ਕਰਨਾ। ਉਹਦੇ ਨਾਲ ਸਾਨੂੰ ਇਹ ਫਾਇਦਾ ਹੁੰਦਾ ਵੀ ਜਦੋਂ ਅਸੀਂ ਸਿਮਰਨ ਕਰਦੇ ਰਹਾਂਗੇ, ਨਾਲ ਕਰਮ ਕਰਾਂਗੇ, ਉਹ ਸਾਨੂੰ ਕਰਮ ਦ੍ਰਿੜ ਨਹੀਂ ਹੁੰਦਾ, ਸਾਡੇ ਅੰਦਰ ਨਹੀਂ ਬਚੇਗਾ, ਉਹ ਮੈਲ ਨਹੀਂ ਸਾਡੇ ਮਨ 'ਤੇ ਚੜ੍ਹੇਗੀ। ਜਦੋਂ ਆਪਾਂ ਕਰਮ ਤੋਂ ਵਿਹਲੇ ਹੋਵਾਂਗੇ ਅਸੀਂ ਇੱਕ ਚਿੱਤ ਛੇਤੀ ਹੋ ਜਾਵਾਂਗੇ। ਜੇ ਹੁਣ ਆਪਾਂ ਆਖਾਂਗੇ ਵੀ ਅਸੀਂ ਕੰਮ ਤੋਂ ਵਿਹਲੇ ਹੋ ਕੇ ਫੇਰ ਹੀ ਸਿਮਰਨ ਕਰਾਂਗੇ, ਫਿਰ ਜੇ ਅਸੀਂ ਵਿਹਲੇ ਹੋ ਕੇ ਬੈਠਾਂਗੇ ਵੀ ਸਾਡੇ ਵਿਚਾਰ ਨਹੀਂ ਰੁਕਣਗੇ, ਕਿਉਂਕਿ ਉਹ ਜਿਹੜਾ ਅਸੀਂ ਕਰਮ ਕੀਤਾ ਉਹ ਮੈਲ ਸਾਡੇ ਮਨ ਦੇ ਉੱਤੇ ਲੱਗੀ। ਉਦੋਂ ਅਸੀਂ ਨਾਲ ਨਾਲ ਸਿਮਰਨ ਕੀਤਾ ਨਹੀਂ ਤੇ ਉਹ ਫਿਰ ਸਾਡੇ ਵਿਚਾਰ ਜ਼ਿਆਦਾ ਵੱਧ ਜਾਂਦੇ, ਉਹ ਸਾਨੂੰ ਵਿਚਾਰ ਹੀ ਆਈ ਜਾਂਦੇ। ਤਾਂ ਕਰਕੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਕੰਮ ਕਾਰ ਆਪਾਂ ਹੱਥਾਂ ਪੈਰਾਂ ਨਾਲ ਕਰਦੇ ਹਾਂ, ਮੁੱਖ ਦੁਆਰਾ ਨਾਲ ਨਾਲ ਸਿਮਰਨ ਕੀਤੀ ਜਾਂਦੀ। ਜਿੰਨੇ ਵੀ ਭਗਤ ਹੋਏ ਸਾਰੇ ਇਸੇ ਤਰ੍ਹਾਂ ਹੀ ਕਰਦੇ ਸੀ, ਨਾਲ ਨਾਲ ਕੰਮ ਕਰਦੇ ਸੀ, ਨਾਲ ਨਾਲ ਸਿਮਰਨ ਕਰਦੇ ਸੀ। ਤਾਈਓ ਆਪਾਂ ਨੂੰ ਮਹਾਰਾਜ ਸਮਝਾਉਂਦੇ, ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਵੀ ਹੱਥਾਂ ਪੈਰਾਂ ਦਾ ਕੰਮ ਕਰੋ, ਮੁੱਖ ਦੁਆਰਾ ਸਿਮਰਨ ਕਰੋ ਨਾਲ ਨਾਲ। ਉਹ ਜਦੋਂ ਆਪਾਂ ਸਿਮਰਨ ਕਰਾਂਗੇ ਉਹ ਫਿਰ ਨਾਲ ਨਾਲ ਜਿਹੜਾ ਕਰਮ ਆਪਾਂ ਕਰਦੇ ਹਾਂ ਉਹ ਸਾਨੂੰ ਨਾਲ ਨਾਲ ਭੁੱਲਦਾ ਜਾਂਦਾ। ਵੀ ਸਾਡੇ ਅੰਦਰ ਉਹ ਦ੍ਰਿੜ ਨਹੀਂ ਹੋਏਗਾ ਚੀਜ਼, ਸਾਡੇ ਅੰਦਰ ਪਕੜ ਨਹੀਂ ਬਣੇਗੀ ਉਹਦੀ। ਜਿਵੇਂ ਆਪਾਂ ਨੂੰ ਸਮਝਾਉਂਦੇ ਵੀ ਇੱਧਰ ਕਾਲ ਨੇ ਕੀ ਕੀਤਾ ਹੋਇਆ ਹੈ, ਇਹਨੇ ਸਾਡੀ ਜਿਹੜੀ ਇਹ ਤਨ ਦੀ ਖੁਰਾਕ ਚੋਗ ਦੂਰ ਦੂਰ ਤੱਕ ਖਿਲਾਰ ਕੇ ਉੱਤੇ ਜਾਲ ਵਿਛਾ ਦਿੱਤਾ ਵੀ ਤਾਂ ਕਿ ਜਦੋਂ ਇਹ ਕਰਮ ਕਰਨ ਲੱਗਣ, ਇਹ ਧਿਆਨੇ ਲੱਗ ਜਾਣ, ਜਾਲ 'ਚ ਫਸ ਜਾਣ ਤੇ ਵਾਪਸ ਨਹੀਂ ਜਾ ਸਕਦੇ ਆਪਣੇ ਘਰ। ਤੇ ਆਪਾਂ ਨੂੰ ਸਤਿਗੁਰੂ ਫਿਰ ਸਮਝਾਉਂਦੇ ਵੀ ਇਹ ਆਪਾਂ ਕਰਮ ਦੇ ਨਾਲ ਨਾਲ ਇਹ ਜਾਲ ਨੂੰ ਕੱਟੀ ਜਾਣਾ ਵੀ ਤਾਂ ਕਿ ਅਸੀਂ ਫਸ ਨਾ ਜਾਈਏ ਇਹਦੇ ਵਿੱਚ।
ਉਹ ਤਾਂ ਕਰਕੇ ਫਿਰ ਇਹ ਸਿਮਰਨ ਆਪਾਂ ਕਰਦੇ ਹਾਂ ਵੀ ਕਰਮ ਤਾਂ ਕਰਨਾ ਹੀ ਕਰਨਾ, ਤਨ ਦੀ ਖੁਰਾਕ ਤਾਂ ਲੈਣੀ ਲੈਣੀ, ਵੀ ਜਿਹੜਾ ਇਹਨੇ ਜਾਲ ਵਿਛਾਇਆ ਕਾਲ ਨੇ ਉਹਨੂੰ ਅਸੀਂ ਨਾਲ ਨਾਲ ਕੱਟੀ ਜਾ ਰਹੇ ਸਿਮਰਨ ਕਰਕੇ। ਜਿਸ ਨੂੰ ਮਹਾਰਾਜ ਕਹਿੰਦੇ ਜਾਲ ਪਸਾਰ ਚੋਗ ਵਿਸਤਾਰੀ, ਪੰਖੀ ਜੋ ਕਹਾਵਤ ਹੈ, ਕਹੋ ਨਾਨਕ ਬੰਧਨ ਕਾਟਨ ਕੋ ਮੈਂ ਸਤਿਗੁਰ ਪੁਰਖ ਧਿਆਵਤ। ਵੀ ਇੱਧਰ ਅਸੀਂ ਬੰਧਨਾਂ 'ਚ ਵੱਝ ਨਾ ਜਾਈਏ, ਕਰਮ ਦੇ ਨਾਲ ਵੱਝ ਨਾ ਜਾਈਏ, ਇਸ ਕਰਕੇ ਨਾਲ ਨਾਲ ਸਿਮਰਨ ਕਰਦੇ। ਤਾਂ ਕਰਕੇ ਫਿਰ ਆਪਾਂ ਨੂੰ ਗੁਰਮਤਿ ਇਹੋ ਦੱਸਿਆ ਜੀ ਵੀ ਨਾਲ ਨਾਲ ਕਰਮ ਦੇ ਨਾਲ ਨਾਲ ਸਿਮਰਨ ਕਰੋ, ਇਸੇ ਤਰ੍ਹਾਂ ਦ੍ਰਿੜ ਕਰਨਾ ਹੁੰਦਾ। ਜੇ ਆਪਾਂ ਵਿਹਲੇ ਬਹਿ ਕੇ ਦ੍ਰਿੜ ਕਰਾਂਗੇ ਤੇ ਜਦੋਂ ਕਰਮ ਕਰਨ ਲੱਗੇ ਸਾਨੂੰ ਭੁੱਲ ਜਾਏਗਾ, ਸਾਡਾ ਸਿਮਰਨ ਰੁਕ ਜਾਏਗਾ। ਜੇ ਆਪਾਂ ਨਾਲ ਨਾਲ ਕਰਮ ਦੇ ਸਿਮਰਨ ਦ੍ਰਿੜ ਕੀਤਾ ਹੋਏਗਾ ਤੇ ਫਿਰ ਜਦੋਂ ਵਿਹਲੇ ਵੀ ਬੈਠਾਂਗੇ ਸਿਮਰਨ ਕਰਦੇ ਰਹਾਂਗੇ, ਚੱਲਦਾ ਰਹੇਗਾ। ਇਸ ਕਰਕੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਨਾਲ ਕਰਮ ਦੇ ਕਰੋ। ਤਾਂਹੀਓ ਹੁਣ ਜਦੋਂ ਆਪਣਾ ਉੱਥੇ ਅਭਿਆਸ ਕਰਾਉਂਦੇ ਗੁਰਮੁਖ ਮੋਗੇ, ਉੱਥੇ ਇਹ ਨਹੀਂ ਵੀ ਵਿਹਲੇ ਬੈਠ ਕੇ ਕਰਾਉਂਦੇ, ਉੱਥੇ ਨਾਲ ਨਾਲ ਸੇਵਾ ਚੱਲਦੀ। ਉਹ ਸੇਵਾ ਕਰਾਉਣ ਦਾ ਮਤਲਬ ਇਹੀ ਹੈ ਵੀ ਤਾਂ ਕਿ ਜਦੋਂ ਅਸੀਂ ਉੱਥੋਂ ਪਰਿਵਾਰਾਂ ਦੇ ਵਿੱਚ ਘਰਾਂ 'ਚ ਆਈਏ, ਘਰਾਂ 'ਚ ਆ ਕੇ ਅਸੀਂ ਕਰਮ ਕਰਨਾ। ਜੇ ਹੁਣ ਆਪਾਂ ਉੱਥੇ ਵਿਹਲੇ ਬੈਠ ਕੇ ਸਿਮਰਨ ਕੀਤਾ ਹੋਏਗਾ, ਜਦੋਂ ਘਰਾਂ ਜਾ ਕੇ ਕੰਮ ਕਰਨ ਲੱਗੇ ਉਹ ਸਾਨੂੰ ਸਿਮਰਨ ਭੁੱਲ ਜਾਂਦਾ। ਤੇ ਜੇ ਹੁਣ ਆਪਾਂ ਕਰਮ ਦੇ ਨਾਲ ਨਾਲ ਦ੍ਰਿੜ ਕੀਤਾ ਹੋਏ ਤੇ ਜਦੋਂ ਘਰਾਂ ਜਾ ਕੇ ਨਾਲ ਕਰਮ ਕਰਾਂਗੇ ਤੇ ਸਾਡੇ ਨਾਲ ਕਰਮ ਦੇ ਆਪਣੇ ਆਪ ਹੀ ਸਿਮਰਨ ਚੱਲਦੇ ਆ, ਕਿਉਂਕਿ ਉਹ ਚੀਜ਼ ਨੂੰ ਆਪਾਂ ਦ੍ਰਿੜ ਕੀਤਾ ਹੋਇਆ। ਤਾਂ ਕਰਕੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੇ ਆਪਾਂ ਚੱਲ ਰਹੇ ਹਾਂ ਇੱਕ ਪੈਰ ਤੇ ਵਾਹੇ ਦੂਜੇ ਦੇ ਗੁਰੂ, ਦ੍ਰਿੜ ਕਰੋ ਤਾਂ ਕਿ ਜਦੋਂ ਚੱਲੀਏ ਆਪ ਮਹਾਰੀ ਸਹਿਜ ਸੁਭਾਈ ਮੁਖ ਦੇ ਵਿੱਚੋਂ ਚੱਲੇ। ਤੇ ਜਦੋਂ ਆਪਾਂ ਵੀ ਕੰਮ ਕਰ ਰਹੇ ਹੱਥਾਂ ਨਾਲ ਸਾਜ਼ ਬਣਾ ਲਓ, ਵਾਹਿਗੁਰੂ ਵਾਹਿਗੁਰੂ ਸਹਿਜ ਸੁਭਾਈ ਚੱਲੀ ਜਾਵੇ। ਤੇ ਇਸ ਤਰੀਕੇ ਨਾਲ ਜਦੋਂ ਆਪਾਂ ਦ੍ਰਿੜ ਕਰਾਂਗੇ ਫਿਰ ਸਾਨੂੰ ਵਿਸਰੇਗਾ ਨਹੀਂ, ਸਾਨੂੰ ਭੁੱਲੇਗਾ ਨਹੀਂ। ਤੇ ਜੇ ਆਪਾਂ ਵਿਹਲੇ ਬੈਠ ਕੇ ਕਰਾਂਗੇ, ਜਦੋਂ ਕੰਮ ਕਰਨ ਲੱਗੇ ਉਹ ਸਾਨੂੰ ਵਿਸਰ ਜਾਣਾ। ਤਾਂਹੀਓ ਆਪਾਂ ਨੂੰ ਗੁਰੂ ਨਾਨਕ ਦੇ ਘਰ ਨੇ ਫਿਰ ਦੱਸਿਆ ਵੀ ਸੰਸਾਰ 'ਚ ਰਹਿੰਦੇ ਹੀ ਤੁਸੀਂ ਕਰੋ, ਪਰਿਵਾਰਾਂ 'ਚ ਰਹਿੰਦੇ ਹੀ। ਜਿਵੇਂ ਅੱਗੇ ਪੁਰਾਤਨ ਸਮੇਂ 'ਚ ਜੀਵ ਕੀ ਕਰਦੇ ਸੀ, ਘਰ ਬਾਰ ਛੱਡ ਕੇ ਜੰਗਲਾਂ ਨੂੰ ਚਲੇ ਜਾਂਦੇ। ਜੰਗਲਾਂ 'ਚ ਜਾ ਕੇ ਉਹ ਕਿੰਨੇ ਕਿੰਨੇ ਸਾਲ ਤਪ ਕਰਦੇ ਰਹਿੰਦੇ। ਜਦੋਂ ਫੇਰ ਉਹ ਪਰਿਵਾਰਾਂ 'ਚ ਆਉਂਦੇ, ਉਹ ਆ ਕੇ ਫੇਰ ਥੋੜ੍ਹਾ ਸਮਾਂ ਠੀਕ ਰਹਿੰਦੇ, ਮੁੜ ਕੇ ਉਹ ਫੇਰ ਉਹਨਾਂ ਦੇ ਵਿਚਾਰ ਉਵੇਂ ਹੀ ਚੱਲ ਪੈਂਦੇ, ਵੱਧ ਜਾਂਦੇ। ਕਿਉਂਕਿ ਉੱਥੇ ਆ ਕੇ ਕੰਮ ਕਰਨਾ ਪੈਂਦਾ, ਉਹ ਫੇਰ ਤਮੋਗੁਣੀ ਹੋ ਜਾਂਦੇ। ਉਹ ਛੋਟੀ ਛੋਟੀ ਗੱਲ ਤੋਂ ਉਹਨੂੰ ਗੁੱਸਾ ਚੜ੍ਹਦਾ ਵੀ ਸਾਨੂੰ ਐਂ ਕਿਉਂ ਕਹਿੰਦੇ, ਐਂ ਕਿਉਂ ਕਹਿੰਦੇ। ਉਹ ਤਾਂ ਕਰਕੇ ਫਿਰ ਮਹਾਰਾਜ ਨੇ ਸਾਨੂੰ ਸਮਝਾਇਆ ਵੀ ਤੁਹਾਨੂੰ ਘਰ ਬਾਰ ਛੱਡ ਕੇ ਜੰਗਲਾਂ 'ਚ ਜਾਣ ਦੀ ਲੋੜ ਨਹੀਂ, ਤੁਸੀਂ ਸੰਸਾਰ ਦੇ ਵਿੱਚ ਹੀ ਰਹੋਗੇ, ਪਰਿਵਾਰਾਂ 'ਚ ਹੀ ਰਹੋਗੇ। ਸਾਨੂੰ ਇੱਕ ਤਾਂ ਸਾਡੀ ਅਵਸਥਾ ਪਤਾ ਲੱਗਦੀ ਰਹਿੰਦੀ। ਜਿਵੇਂ ਹੁਣ ਆਪਾਂ ਕਈ ਵਾਰ ਪਰਿਵਾਰਾਂ 'ਚ ਸੰਸਾਰ 'ਚ ਵਿਚਰਦੇ ਹਾਂ, ਆਪਾਂ ਨੂੰ ਕੋਈ ਸ਼ਬਦ ਦੀ ਚੋਟ ਮਾਰਦਾ। ਉਹ ਜਦੋਂ ਸ਼ਬਦ ਦੀ ਚੋਟ ਮਾਰਦਾ, ਉਹ ਅਸਲ ਦੇ ਵਿੱਚ ਉਹ ਤੋਂ ਆਪਾਂ ਸਿੱਖਿਆ ਲੈਂਦੇ। ਸਾਨੂੰ ਪਤਾ ਲੱਗ ਜਾਂਦਾ ਸਾਡੀ ਅਵਸਥਾ ਦਾ ਵੀ ਸਾਡੇ ਅੰਦਰ ਕਿੰਨੀ ਕੁ ਸਹਿਣਸ਼ੀਲਤਾ ਆਈ ਹੈ, ਕਿੰਨਾ ਕੁ ਅਸੀਂ ਇਹ ਸ਼ਬਦ ਦੀ ਚੋਟ ਨੂੰ ਸਹਾਰ ਸਕਦੇ। ਤੇ ਉਹ ਫਿਰ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਸਾਡੀ ਅਵਸਥਾ ਦਾ। ਇਸ ਕਰਕੇ ਜਿਹੜੇ ਜੀਵ ਆਪਾਂ ਨੂੰ ਕੋਈ ਸ਼ਬਦ ਦੀ ਚੋਟ ਮਾਰਦੇ ਉਹ ਵੀ ਆਪਣਾ ਭਲਾ ਹੀ ਕਰਦੇ, ਕਿਉਂਕਿ ਉਹ ਆਪਾਂ ਨੂੰ ਆਪਦੀ ਅਵਸਥਾ ਬਾਰੇ ਪਤਾ ਲੱਗਦਾ, ਫਿਰ ਉਹ ਤੋਂ ਸਾਨੂੰ ਗਿਆਨ ਹੁੰਦਾ, ਸੋਝੀ ਆਉਂਦੀ। ਇਸ ਵਾਸਤੇ ਫਿਰ ਆਪਾਂ ਨੂੰ ਸਤਿਗੁਰਾਂ ਨੇ ਸਮਝਾਇਆ ਵੀ ਤੁਸੀਂ ਸੰਸਾਰ ਦੇ ਵਿੱਚ ਰਹਿੰਦੇ ਰਹਿੰਦੇ ਹੀ ਇਹ ਨਾਲ ਨਾਲ ਪਰਿਵਾਰਾਂ ਦੇ ਵਿੱਚ ਕਰਮ ਕਾਰ ਕਰਦੇ ਹੋਏ ਤੁਸੀਂ ਇਹ ਅਭਿਆਸ ਕਰੋ, ਇੰਨਾ ਦ੍ਰਿੜ ਕਰੋ ਵੀ ਤਾਂ ਕਿ ਅਸੀਂ ਇੱਥੋਂ ਹੀ ਵਿੱਚ ਰਹਿੰਦੇ ਰਹਿੰਦੇ ਮਾਇਆ ਤੋਂ ਨਿਰਲੇਪ ਹੋ ਜਾਈਏ। ਤਾਂਹੀਓ ਮਹਾਰਾਜ ਆਪਾਂ ਨੂੰ ਸਮਝਾਉਂਦੇ ਵੀ ਜਿਨ੍ਹਾਂ ਨੂੰ ਇਹ ਗਿਆਨ ਹੋ ਗਿਆ, ਸੋਝੀ ਆਈ, ਜਿਨ੍ਹਾਂ ਨੇ ਇਹ ਜੁਗਤ ਸਿੱਖ ਲਈ ਵੀ ਉਹ ਪਰਿਵਾਰਾਂ 'ਚ ਰਹਿੰਦੇ ਹੀ, ਸੰਸਾਰ ਦੇ ਵਿੱਚ ਰਹਿੰਦੇ ਹੀ, ਉਹ ਵਿੱਚ ਹੀ ਮੁਕਤ ਨੇ। ਉਹ ਹੱਸਦੇ ਖੇਡਦੇ ਖਾਂਦੇ ਪਹਿਨਦੇ, ਉਹ ਗੁਰਮੁਖ ਵਿੱਚ ਹੀ ਮੁਕਤ, ਜਿਨ੍ਹਾਂ ਨੂੰ ਜੁਗਤ ਆ ਗਈ। ਮਹਾਰਾਜ ਕਹਿੰਦੇ ਨੇ ਨਾਨਕ ਸਤਿਗੁਰ ਭੇਟਿਆਂ ਪੂਰੀ ਹੋਵੇ ਜੁਗਤ, ਹੱਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਵੀ ਇਹ ਅਵਸਥਾ ਵੀ ਰਹਿਣਾ ਵੀ ਵਿੱਚ, ਪਰ ਵਿੱਚ ਹੀ ਰਹਿ ਕੇ ਮੁਕਤ। ਉਹ ਇਸ ਵਾਸਤੇ ਮਹਾਰਾਜ ਕਹਿੰਦੇ ਕਹੇ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਮਾਇਆ ਦੀ ਇਹ ਸਰੀਰ ਦੇ ਵਿੱਚ ਰਹਿੰਦੇ ਹੀ ਮਾਲਕ ਨਾਲ ਮਿਲਾਪ ਕਰ ਲਈ। ਉਹ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਸ ਤਰੀਕੇ ਨਾਲ ਕਰਨਾ ਵੀ ਤਾਂ ਕਿ ਨਾਲ ਨਾਲ ਕਰਮ ਦੇ
ਇਹ ਆਪਾਂ ਦ੍ਰਿੜ ਕੀਤੀ ਜਾਣਾ। ਇਹ ਠੀਕ ਹੈ ਜੀ, ਵੀ ਇਹ ਨਹੀਂ ਸੋਚਣਾ ਵੀ ਵਿਹਲੇ ਬੈਠ ਕੇ ਕਰਾਂਗੇ, ਠੀਕ ਹੈ ਜੀ, ਨਾਲ ਕਰਨ ਦੇ ਕਰਨਾ। ਪਰ ਸਾਡੀ ਕਈ ਵਾਰੀ ਇੱਦਾਂ ਖੰਘੀ ਦਾ ਨਾ ਉੱਠੂ ਆਇਆ ਤੇ ਇੱਕਦਮ ਜਿੱਦਾਂ ਮਿੱਠੇ ਮਤਲਬ ਕੋਈ ਚੂਲੀ ਮਿੱਠੀ ਚੂਲੀ ਆ ਜਾਂਦੀ ਆ, ਇਹਨੂੰ ਆਪਾਂ ਕੀ ਕਹਾਂਗੇ? ਉਹ ਮਿੱਠਾ ਹੋ ਜਾਏਗਾ, ਇਹਨੂੰ ਅੰਮ੍ਰਿਤ ਰਾਸੀ ਕਹਿੰਦੇ ਨੇ ਜੀ। ਕਿਉਂਕਿ ਜਦੋਂ ਆਪਾਂ ਇਹ ਅਭਿਆਸ ਕਰਦੇ ਹਾਂ, ਜਦੋਂ ਸਾਡਾ ਮਨ ਸਹਿਜ ਵਿੱਚ ਹੋਊਗਾ, ਸਹਿਜ ਦੀ ਨਿਸ਼ਾਨੀ, ਜਿੰਨਾ ਅਸੀਂ ਸਹਿਜ 'ਚ ਹੋਵਾਂਗੇ ਓਨਾ ਹੀ ਸਾਡਾ ਮੁੱਖ ਮਿੱਠਾ ਹੋਊਗਾ। ਜੇ ਹੁਣ ਸਾਡਾ ਮੁੱਖ ਮਿੱਠਾ ਨਹੀਂ ਹੁੰਦਾ, ਇਹਦਾ ਮਤਲਬ ਸਾਡਾ ਮਨ ਸਹਿਜ ਵਿੱਚ ਜਾਂਦਾ ਨਹੀਂ, ਕਿਉਂਕਿ ਸਹਿਜ ਦੀ ਨਿਸ਼ਾਨੀ ਸਹਿਜ ਆਨੰਦ ਹੋਆ, ਬਡਭਾਗੀ ਮਨ ਹਰ ਹਰ ਮਿੱਠਾ ਲਾਏ। ਸਹਿਜ ਆਪਣਾ ਘਰ ਹੈ ਤੇ ਸਹਿਜ ਦੇ ਵਿੱਚ ਅੰਮ੍ਰਿਤ। ਮਹਾਰਾਜ ਕਹਿੰਦੇ ਗੁਰਮੁਖਾਂ ਅੰਤਰ ਸਹਿਜ ਹੈ, ਮਨ ਚੜ੍ਹਿਆ ਦਸਵੇਂ ਆਕਾਸ਼, ਤਿੱਥੇ ਊਂਘ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖਵਾਸ। ਵੀ ਸਹਿਜ ਸਾਡਾ ਘਰ ਹੈ, ਸਹਿਜ ਵਿੱਚ ਜਾਵਾਂਗੇ ਤੇ ਸਾਨੂੰ ਅੰਮ੍ਰਿਤ ਆਏਗਾ ਹੀ ਆਏਗਾ। ਸੋ ਜਿੰਨਾ ਮਨ ਆਪਣਾ ਸਹਿਜ ਵਿੱਚ ਹੋਏਗਾ, ਉਨਾ ਹੀ ਮੁੱਖ ਸਾਡਾ ਮਿੱਠਾ ਰਹੇਗਾ। ਤਾਈਓ ਫਿਰ ਆਪਾਂ ਨੂੰ ਸਮਝਾਉਂਦੇ ਵੀ ਸਹਿਜ ਦੇ ਵਿੱਚ ਜਦੋਂ ਅਸੀਂ ਹੋਵਾਂਗੇ, ਇਹ ਸਹਿਜ ਦੀ ਨਿਸ਼ਾਨੀ ਸਾਡਾ ਬੋਲਣ ਨੂੰ ਚਿੱਤ ਨਹੀਂ ਕਰਦਾ। ਗੁਰਮੁਖ ਤਾਈਓ ਘੱਟ ਬੋਲਦੇ, ਕਿਉਂਕਿ ਜਦੋਂ ਆਪਾਂ ਸੰਸਾਰ ਦੀ ਕੋਈ ਗੱਲ ਕਰਦੇ ਹਾਂ, ਉਹ ਸਹਿਜ ਤੋਂ ਬਾਹਰ ਆ ਕੇ ਕਰਨੀ ਪੈਂਦੀ। ਜਦੋਂ ਬੋਲਾਂਗੇ ਉਹ ਸਹਿਜ ਟੁੱਟਦਾ, ਤਾਂ ਕਰਕੇ ਫਿਰ ਗੁਰਮੁਖ ਘੱਟ ਬੋਲਦੇ, ਵੀ ਉਹ ਸਹਿਜ ਦੇ ਵਿੱਚ ਜ਼ਿਆਦਾ ਰਹਿੰਦੇ, ਵੀ ਉਹ ਚਾਹੁੰਦੇ ਵੀ ਅੰਮ੍ਰਿਤ ਸਾਨੂੰ ਆਉਂਦਾ ਹੀ ਰਹੇ, ਪੀਂਦੇ ਰਹੀਏ, ਵੀ ਮੁੱਖ ਜਿਹੜਾ ਉਹ ਸਾਨੂੰ ਸੰਸਾਰ ਦੀ ਦੁਨਿਆਵੀ ਗੱਲ ਘੱਟ ਕਰਨੀ ਪਵੇ। ਇਹ ਨਹੀਂ ਵੀ ਇੱਕ ਤਾਂ ਹੁੰਦਾ ਵੀ ਉੱਦਾਂ ਰੋਕਣਾ, ਉਹਨਾਂ ਦਾ ਸੁਭਾਅ ਬਣ ਜਾਂਦਾ। ਮਤਲਬ ਸਹਿਜ ਦੇ ਵਿੱਚ ਰਹਿਣ ਦਾ ਵੀ ਉੱਥੇ ਸਾਡਾ ਪਿਆਰ ਪੈ ਜਾਂਦਾ, ਸਹਿਜ ਆਪਣਾ ਘਰ ਹੈ, ਵੀ ਫਿਰ ਉਹ ਆਪਣਾ ਉੱਦਾਂ ਹੀ ਬੋਲਣ ਨੂੰ ਚਿੱਤ ਨਹੀਂ ਕਰਦਾ, ਵੀ ਗੱਲ ਕਰਨੀ ਤੇ ਕੀ ਕਰੀਏ। ਜਿਵੇਂ ਇੱਕ ਤਾਂ ਹੁੰਦਾ ਸੰਸਾਰੀ ਜੀਵ ਕਹਿੰਦੇ ਵੀ ਸੁਣਾਓ ਵੀ ਗੱਲਬਾਤ, ਹੁਣ ਉੱਥੋਂ ਫਿਰ ਆਪਾਂ ਜਦੋਂ ਸਹਿਜ ਵਿੱਚ ਮਨ ਹੁੰਦਾ ਵੀ ਗੱਲ ਕੀ ਕਰੀਏ, ਜਾਂ ਤਾਂ ਮਾਲਕ ਦੀ ਵਿਚਾਰ ਕਰੀਏ ਤੇ ਮਨ ਕਰੀਏ, ਤੇ ਨਹੀਂ ਫਿਰ ਗੁਰਮੁਖ ਚੁੱਪ ਹੋ ਜਾਂਦੇ। ਤੇ ਸੰਸਾਰੀ ਜੀਵ ਦਾ ਇਹ ਹੁੰਦਾ ਵੀ ਉਹ ਸੰਸਾਰ ਦੀਆਂ ਦੁਨਿਆਵੀ ਗੱਲਾਂ ਕੀਤੀ ਜਾਂਦਾ, ਕਿਉਂਕਿ ਉਹਨੂੰ ਸਹਿਜ ਦਾ ਭੇਤ ਨਹੀਂ ਹੈ। ਤਾਂ ਕਰਕੇ ਫਿਰ ਮਹਾਰਾਜ ਕਹਿੰਦੇ ਭਗਤਾਂ ਦੇ ਸੰਸਾਰੀਆਂ ਦਾ ਵੀ ਜੋੜ ਨਹੀਂ ਹੁੰਦਾ। ਜੋੜ ਕਿਉਂ ਨਹੀਂ ਹੁੰਦਾ? ਉਹਦਾ ਕਾਰਨ ਇਹੀ ਵੀ ਉਹ ਸਹਿਜ ਵਿੱਚ ਹੁੰਦੇ, ਉਹ ਸੰਸਾਰ ਦੀਆਂ ਗੱਲਾਂ ਨਹੀਂ ਕਰਦੇ ਬਹੁਤੀਆਂ, ਉਹਨਾਂ ਨੇ ਮਾਲਕ ਦੀ ਵਿਚਾਰ ਕਰਨੀ। ਤੇ ਸੰਸਾਰੀ ਜੀਵ ਨੂੰ ਇਹ ਮਾਲਕ ਦੀ ਵਿਚਾਰ ਨਹੀਂ ਚੰਗੀ ਲੱਗਦੀ, ਉਹਨੂੰ ਮਾਇਆ ਦੀਆਂ ਵਿਚਾਰਾਂ ਚੰਗੀਆਂ ਲੱਗਦੀਆਂ। ਤਾਂ ਮਹਾਰਾਜ ਕਹਿੰਦੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਤਾਂ ਨਹੀਂ ਜੋੜ ਆਉਂਦਾ। ਸੋ ਇਸ ਵਾਸਤੇ ਕਿ ਠੀਕ ਹੈ ਵੀ ਇਹ ਆਪਣਾ ਮਹਾਰਾਜ ਦੀ ਕਿਰਪਾ, ਵੀ ਮਨ ਜਿੰਨਾ ਸਹਿਜ 'ਚ ਹੋਏਗਾ ਉਨਾ ਹੀ ਸਾਡਾ ਮੁੱਖ ਮਿੱਠਾ ਰਹੇਗਾ, ਅੰਮ੍ਰਿਤ ਹੁੰਦਾ ਰਹੇਗਾ। ਇਹ ਠੀਕ ਹੈ ਜੀ, ਸਹਿਜ। ਤੇ ਸਹਿਜ ਵਿੱਚ ਜਾਣ ਵਾਸਤੇ ਤੇ ਦੋ ਤਰੀਕੇ ਨੇ। ਇੱਕ ਤਾਂ ਜਿਹੜਾ ਇਹ ਆਪਾਂ ਸਿਮਰਨ ਕਰਦੇ ਹਾਂ, ਸਿਮਰਨ ਕਰਕੇ ਮਨ ਸਹਿਜ ਵਿੱਚ ਆਉਂਦਾ ਹੈ। ਦੂਸਰਾ ਨਾਲ ਗਿਆਨ ਦੀ ਮੱਤ, ਗੁਰੂ ਦੀ ਮੱਤ, ਤਾਂ ਸਾਡਾ ਮਨ ਸਹਿਜ ਵਿੱਚ ਰਹਿੰਦਾ। ਜਿਵੇਂ ਮਹਾਰਾਜ ਕਹਿੰਦੇ ਵੀ ਜੇ ਤੁਸੀਂ ਸਹਿਜ ਵਿੱਚ ਆਉਣਾ ਤੇ ਸਿਮਰਨ ਕਰੋ, ਤੇ ਨਾਲ ਵੀ ਜੋ ਮਾਲਕ ਕਰ ਰਿਹਾ ਉਹਨੂੰ ਭਲਾ ਕਰਕੇ ਮੰਨੋ, ਵੀ ਕਿੰਤੂ ਪਰੰਤੂ ਨਾ ਕਰੋ। ਵੀ ਸਾਡੀ ਜਿਹੜੀ ਸੋਚ ਵੀ ਉਹਨੂੰ ਬੰਦ ਕਰਨਾ। ਵੀ ਅਸੀਂ ਕਈ ਵਾਰੀ ਕਹਿੰਦੇ ਹਾਂ ਵੀ ਐਂ ਹੋਣਾ ਚਾਹੀਦਾ, ਵੀ ਜਿਵੇਂ ਅਸੀਂ ਸੋਚਦੇ ਹਾਂ ਉਵੇਂ ਹੋਣਾ ਚਾਹੀਦਾ। ਜਦੋਂ ਉਵੇਂ ਨਹੀਂ ਹੁੰਦਾ, ਸਾਡਾ ਮਨ ਰੋਸ ਕਰਦਾ, ਤੇ ਜਾਂ ਕਹਿੰਦੇ ਆ ਵੀ ਆਹ ਰੱਬ ਨੇ ਚੰਗਾ ਨਹੀਂ ਕੀਤਾ ਜੀ, ਆਹ ਮਾੜਾ ਕਰਤਾ, ਤੇ ਫਿਰ ਸਾਡਾ ਮਨ ਸਹਿਜ ਵਿੱਚ ਨਹੀਂ ਜਾਏਗਾ। ਇਸ ਲਈ ਮਹਾਰਾਜ ਕਹਿੰਦੇ ਵੀ ਸਹਿਜ ਵਿੱਚ ਜਾਣਾ ਕਿਵੇਂ? ਕਹਿੰਦੇ ਗੁਰ ਸ਼ਬਦੀ ਧਰੀਏ, ਗੌਰ ਨਾ ਮਰੀਏ, ਚੁੱਕੇ ਆਵਣ ਜਾਣਾ, ਜੋ ਕਿਛ ਕਰੇ ਸੋਈ ਭਲ ਮਾਨੋ, ਤਾਂ ਮਨ ਸਹਿਜ ਸਮਾਣਾ। ਵੀ ਜੋ ਮਾਲਕ ਕਰ ਰਿਹਾ ਉਹਨੂੰ ਭਲਾ ਕਰਕੇ ਮੰਨਾਂਗੇ ਤੇ ਮਨ ਸਹਿਜ ਵਿੱਚ ਰਹੇਗਾ। ਤੇ ਜੇ ਅਸੀਂ ਭਲਾ ਕਰਕੇ ਨਹੀਂ ਮੰਨਾਂਗੇ ਤੇ ਸਹਿਜ ਵਿੱਚ ਰਹਿਣਾ ਨਹੀਂ, ਇਹਨੇ ਸਹਿਜ ਤੋਂ ਬਾਹਰ ਚਲੇ ਜਾਣਾ। ਇਸ ਵਾਸਤੇ ਵੀ ਇਹ ਸਹਿਜ ਵਿੱਚ ਰਹਿਣ ਵਾਸਤੇ ਫਿਰ ਨਾਲ ਹੁਣ ਆਪਾਂ ਜਿਹੜੇ ਨਾਲ ਅਭਿਆਸ ਦੇ ਨਾਲ ਗੁਰੂ ਦੀ ਮੱਤ ਮਨ ਨੂੰ ਦਿੰਦੇ ਰਹਿਣ, ਵੀ ਤਾਂ ਕਿ ਮਨ ਸਾਡਾ ਵਿਚਾਰਾਂ 'ਚ ਨਾ ਜਾਵੇ ਬਹੁਤਾ ਸੰਸਾਰੀ, ਤੇ ਸਹਿਜ ਦੇ ਵਿੱਚ ਬੈਠਾ ਰਹੇ ਤੇ ਆਨੰਦ ਲੈਂਦਾ ਰਹੇ।
ਇਹ ਠੀਕ ਹੈ ਜੀ ਵੀ ਜਦੋਂ ਮੁੱਖ ਮਿੱਠਾ ਹੁੰਦਾ ਇਹ ਸਹਿਜ ਦੀ ਨਿਸ਼ਾਨੀ, ਇੱਥੋਂ ਸਹਿਜ ਸ਼ੁਰੂ ਹੁੰਦਾ। ਜਿੰਨਾ ਆਪਾਂ ਹੋਰ ਸਹਿਜ ਵਿੱਚ ਜਾਂਦੇ ਜਾਵਾਂਗੇ ਉਨਾ ਹੀ ਅੰਮ੍ਰਿਤ ਹੋਰ ਵੱਧਦਾ ਜਾਂਦਾ, ਫਿਰ ਘੁੱਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਅੱਛਾ ਬੇਨਤੀ, ਕਈ ਵਾਰੀ ਕਮਰੇ ਦੇ ਅੰਦਰ ਲੰਬੇ ਪਏ ਆ, ਐਂ ਲੱਗਦਾ ਜਿੱਦਾਂ ਕਿਸੇ ਨੇ ਪਾਣੀ ਦੇ ਛਿੱਟੇ ਮਾਰੇ ਆ ਤੇ ਉੱਤੇ ਦੇ ਛੱਟ ਹਾਂਜੀ, ਉਹ ਕੱਲ੍ਹ ਵੀ ਆਪਣੇ ਇੱਕ ਗੁਰਮੁਖਾਂ ਨੇ ਪੁੱਛਿਆ ਸੀ, ਅਤੇ ਉਹ ਇਸ ਤਰ੍ਹਾਂ ਹੁੰਦਾ ਸੀ ਵੀ ਜਦੋਂ ਇਹ ਆਪਾਂ ਫਿਰ ਅਭਿਆਸ ਕਰਦੇ ਹਾਂ ਇਹ ਸਾਡੇ ਰੋਮ ਰੋਮ ਸਿਮਰਨ ਚੱਲ ਪੈਂਦਾ, ਅਤੇ ਜਦੋਂ ਰੋਮ ਰੋਮ ਚੱਲਦਾ ਫਿਰ ਇਹ ਆਪਣੇ ਉੱਤੇ ਵਰਖਾ ਹੋਣ ਲੱਗ ਜਾਂਦੀ, ਇਹਨੂੰ ਅੰਮ੍ਰਿਤ ਵਰਖਾ ਕਹਿੰਦੇ। ਉਹ ਜਿੱਥੇ ਆਪਣੇ ਸਰੀਰ 'ਤੇ ਡਿੱਗਦੀ ਫਿਰ ਉਹ ਠੰਡਾ ਠਾਰ ਹੋ ਜਾਂਦਾ, ਅਤੇ ਉਹ ਆਪਾਂ ਅੰਦਰ ਵੀ ਪਏ ਹਾਂ ਅਤੇ ਆਪਾਂ ਨੂੰ ਲੱਗੇਗਾ ਵੀ ਸਾਡੇ ਉੱਤੇ ਵੀ ਬਾਰਿਸ਼ ਹੋ ਰਹੀ ਹੈ, ਕਿਉਂਕਿ ਆਹ ਬ੍ਰਹਿਮੰਡ 'ਚ ਹੋ ਰਹੀ, ਇੱਥੋਂ ਅੰਮ੍ਰਿਤ ਵਰਸਦਾ। ਉਹ ਆਪਣੇ ਅੰਦਰ ਵੀ ਹੁੰਦੀ ਅਤੇ ਬਾਹਰ ਵੀ ਹੁੰਦੀ ਹੈ। ਇਹਨੂੰ ਮਹਾਰਾਜ ਕਹਿੰਦੇ ਅੰਮ੍ਰਿਤ ਸਦਾ ਵਰਸਦਾ ਬੂਝੇ ਬੂਝਣਹਾਰ, ਵੀ ਉਹ ਅੰਮ੍ਰਿਤ ਦੀ ਵਰਖਾ ਸਦਾ ਹੀ ਹੋ ਰਹੀ ਹੈ, ਸਦਾ ਹੀ ਵਰਸ ਰਹੀ ਹੈ। ਤਾਂਹੀਓ ਸਾਨੂੰ ਮਨ ਨੂੰ ਸਮਝਾਉਂਦੇ ਨੇ ਵੀ ਮਨ ਹੈ ਜਿਹੜਾ ਇਹਨੇ ਅੰਮ੍ਰਿਤ ਨੂੰ ਲੈਣਾ, ਅੰਮ੍ਰਿਤ ਨੂੰ ਪੀਣਾ, ਤਾਂਹੀਓ ਇਹਨੂੰ ਅੰਮ੍ਰਿਤ ਧਾਰਾ ਕਹਿੰਦੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿੰਨਾ ਇਹ ਸਹਿਜ ਹੀ ਹੈ ਜੀ, ਜਿੰਨਾ ਮਨ ਸਹਿਜ 'ਚ ਹੋਏਗਾ ਸਾਨੂੰ ਓਨਾ ਹੀ ਫਿਰ ਇਹ ਅਨੁਭਵ ਹੋਏਗਾ, ਓਨਾ ਹੀ ਸਾਨੂੰ ਪਤਾ ਲੱਗੇਗਾ ਵੀ ਅੰਮ੍ਰਿਤ ਦੀ ਵਰਖਾ ਸਾਡੇ ਉੱਤੇ ਹੋ ਰਹੀ ਹੈ ਅਤੇ ਸਾਨੂੰ ਅੰਮ੍ਰਿਤ ਆ ਵੀ ਰਿਹਾ ਹੈ। ਅਤੇ ਇਹ ਠੀਕ ਹੈ ਜੀ, ਇਹ ਰੋਮ ਰੋਮ ਦੀ ਅਵਸਥਾ ਹੁੰਦੀ ਅਤੇ ਇਹ ਸਹੀ ਚੱਲ ਰਿਹਾ, ਠੀਕ ਹੈ ਜੀ, ਮਹਾਰਾਜ ਦੀ ਕਿਰਪਾ ਹੁੰਦੀ। ਅੱਛਾ ਕੋਈ ਸਮੈਲ ਵੀ ਆਉਣਾ ਜਿੱਦਾਂ ਬੜੀ ਪੁਰਾਣੀ ਗੱਲ ਆ ਜੀ, ਮੈਂ ਉਦੋਂ ਬੰਬੇ ਸਾਂ ਅਤੇ ਮੈਨੂੰ ਐ ਸਮੈਲ ਆਈ ਜਾਣੀ, ਬੜੀ ਮਿੱਠੀ ਸਮੈਲ ਆਈ ਜਾਣੀ, ਅਤੇ ਮੈਂ ਕਈ ਵਾਰੀ ਪੁੱਛਣਾ ਵੀ ਇੱਥੇ ਕੋਈ ਤੁਹਾਨੂੰ ਦੇ ਆਂਢ ਗੁਆਂਢ ਪੁੱਛਣਾ ਕਿ ਤੁਹਾਨੂੰ, ਉਦੋਂ ਅਜੇ ਮੈਂ ਬਹੁਤ ਛੋਟੀ, ਮੇਰਾ ਖਿਆਲ ਆ 18-19 ਸਾਲ ਦੀ ਉਮਰ ਹੋਏਗੀ, ਅਤੇ ਇੰਨੀ ਮਿੱਠੀ ਸਮੈਲ ਆਉਣੀ, ਤਾਂ ਮੈਂ ਪੁੱਛਣਾ ਆਂਢ ਗੁਆਂਢ ਵੀ ਕੀ ਇੱਥੇ ਤੁਹਾਨੂੰ ਵੀ ਕੋਈ ਸਮੈਲ ਆਉਂਦੀ ਜਾਂ ਇਹ ਵੀ ਕੋਈ ਕਿਰਪਾ ਹੀ ਕਰਾਂਗੇ। ਹਾਂਜੀ, ਇਹਦੇ ਵਿੱਚ ਇੱਦਾਂ ਹੁੰਦਾ ਜੀ ਵੀ ਜਿਵੇਂ ਗੁਰਮੁਖ ਕਹਿ ਰਹੇ ਸਮੈਲ ਆਪਾਂ ਨੂੰ ਉਦੋਂ ਆਉਂਦੀ ਵੀ ਜਦੋਂ ਆਪਾਂ ਅਭਿਆਸ ਕਰਦੇ ਹੋਏ ਸਹਿਜ ਸੁਭਾਈ ਸਾਡਾ ਮਨ ਦਰ ਦੇ ਉੱਤੇ ਚਲਾ ਜਾਂਦਾ, ਮਾਲਕ ਦੇ 'ਤੇ, ਜਿੱਥੇ ਉਹ ਬੈਠ ਕੇ ਸਾਨੂੰ ਦੇਖਦਾ, ਸਾਡੇ ਸਾਰੀ ਸ੍ਰਿਸ਼ਟੀ ਦੀ ਪਾਲਣਾ ਪੋਸ਼ਣਾ ਕਰਦਾ ਹੈ, ਉੱਥੇ ਫਿਰ ਦਰ ਦੇ ਉੱਤੋਂ ਉਹ ਆਪਾਂ ਨੂੰ ਖੁਸ਼ਬੂਆਂ ਆਉਂਦੀਆਂ ਮਾਲਕ ਦੀ। ਜਿਵੇਂ ਆਪਾਂ ਸਤਿਗੁਰੂ ਦੇ ਸਤਿਕਾਰ ਵਜੋਂ ਇੱਥੇ ਗੁਰਮੁਖ ਕਈ ਵਾਰੀ ਉਹ ਖੁਸ਼ਬੂ ਸੈਂਟ ਲਾਉਂਦੇ ਜਾਂ ਹੋਰ ਸਤਿਗੁਰਾਂ ਦੇ ਸਤਿਕਾਰ ਤੋਂ, ਇਸੇ ਤਰ੍ਹਾਂ ਹੀ ਫਿਰ ਉਹ ਜਿਹੜੀਆਂ ਆਪਾਂ ਨੂੰ ਆਉਂਦੀਆਂ ਉਹ ਮਾਲਕ ਦੇ ਦਰ ਦੇ ਉੱਤੋਂ ਆਉਂਦੀਆਂ। ਉਹਨੂੰ ਤੀਜੀ ਸੁਣ ਵੀ ਕਹਿੰਦੇ, ਦੇਵ ਲੋਕ ਵੀ ਕਹਿੰਦੇ, ਉੱਥੋਂ ਸਾਨੂੰ ਖੁਸ਼ਬੂਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਉਹ ਜਿਹੜੀਆਂ ਖੁਸ਼ਬੂਆਂ ਆਉਂਦੀਆਂ ਉਹ ਸੰਸਾਰੀ ਤਾਂ ਇਹ ਤਾਂ ਖੁਸ਼ਬੂਆਂ ਕੁਛ ਵੀ ਨਹੀਂ ਉਹਨਾਂ ਦੇ ਅੱਗੇ, ਉਹ ਜਿਹੜੀ ਖੁਸ਼ਬੂਆਂ ਹੁੰਦੀਆਂ ਆਪਾਂ ਉਹ ਅਸਲੀ ਆ। ਸੋ ਫਿਰ ਜਦੋਂ ਆਪਣਾ ਮਨ ਦਰ ਦੇ ਉੱਤੇ ਜਾਂਦਾ ਹੈ ਉੱਥੋਂ ਫਿਰ ਆਪਾਂ ਨੂੰ ਆਉਂਦੀਆਂ ਨੇ, ਉਹ ਠੀਕ ਹੈ, ਉਹ ਮਹਾਰਾਜ ਦੀ ਕਿਰਪਾ ਹੀ ਹੈ ਜੀ, ਉਹਦੀ ਤਾਂਹੀਓ ਆਪਾਂ ਨੂੰ ਆਉਂਦੀਆਂ ਨੇ, ਉਹ ਸਹੀ ਹੈ ਜੀ। ਪਰ ਉਹ ਆਉਂਦੀਆਂ ਉਹਨਾਂ ਨੂੰ ਹੀ, ਤੁਹਾਨੂੰ ਹੀ ਆਉਣਗੀਆਂ, ਤੁਸੀਂ ਹੋਰ ਕਿਸੇ ਨੂੰ ਪੁੱਛੋਗੇ ਉਹਨੂੰ ਨਹੀਂ ਆਉਣੀਆਂ। ਵੀ ਚਾਹੇ ਆਪਣੇ ਨਾਲ ਹੀ ਕੋਈ ਬੈਠਾ ਹੈ ਉਹਨੂੰ ਤੁਸੀਂ ਪੁੱਛੋ ਵੀ ਤੈਨੂੰ ਖੁਸ਼ਬੂ ਆ ਰਹੀ, ਉਹਨੇ ਕਹਿਣਾ ਮੈਨੂੰ ਤਾਂ ਨਹੀਂ ਆ ਰਹੀ, ਕਿਉਂਕਿ ਉਹ ਆਪਣੇ ਮਨ ਦੀ ਅਵਸਥਾ ਹੈ, ਉਹ ਸਾਡਾ ਮਨ ਲੈ ਰਿਹਾ। ਜੇ ਪਛੇ ਇੱਥੇ ਵੀ ਕਿਸੇ ਵੇਲੇ ਸਿਮਰਨ ਕਰਦੇ ਆ ਅਚਾਨਕ ਸਮੈਲ ਆਉਣੀ ਸ਼ੁਰੂ ਹੋ ਜਾਂਦੀ, ਉਹ ਵੀ ਕਿਰਪਾ ਹੀ ਕਰੋ, ਉਹ ਵੀ ਕਿਰਪਾ ਹੀ ਹੈ। ਹਾਂਜੀ ਮਹਾਰਾਜ, ਕਿਉਂਕਿ ਇੱਕ ਤਾਂ ਆਪਾਂ ਨੂੰ ਖੁਸ਼ਬੂਆਂ ਉੱਦਾਂ ਆਉਂਦੀਆਂ ਵੀ ਜਦੋਂ ਆਪਾਂ ਡਰਦੇ ਹਾਂ, ਕਈ ਵਾਰ ਖੁਸ਼ਬੂਆਂ ਇੱਦਾਂ ਵੀ ਆਉਂਦੀਆਂ ਵੀ ਜਦੋਂ ਆਪਾਂ ਜਿਵੇਂ ਸੰਗਤ ਰੂਪ ਦੇ ਵਿੱਚ ਇਕੱਠੇ ਹੋ ਕੇ ਸਿਮਰਨ ਕਰਦੇ ਹਾਂ, ਉਦੋਂ ਕਈ ਵਾਰ ਸਾਡੇ ਕੋਲ ਜਿਹੜੇ ਗੁਰਮੁਖ ਹੁੰਦੇ, ਗੁਰਮੁਖ ਰੂਹਾਂ, ਉਹ ਆ ਜਾਂਦੇ ਨੇ ਕਈ ਵਾਰੀ ਆਪਣੇ ਕੋਲ। ਜਿਵੇਂ ਕਈ ਗੁਰਮੁਖ ਜਿਵੇਂ ਸ਼ਹੀਦ ਸਿੰਘ ਹੋ ਗਏ ਜਾਂ ਗੁਰੂ ਸਾਹਿਬਾਨ ਜਾਂ ਹੋਰ ਗੁਰਮੁਖ ਜਿਹੜੇ ਸੱਚ 'ਚ ਸਮਾਏ ਨੇ, ਉਹ ਕਈ ਵਾਰ ਇੱਦਾਂ ਸੰਗਤ ਦੇ ਵਿੱਚ ਆ ਜਾਂਦੇ। ਉਹ ਜਦੋਂ ਆ ਕੇ ਇਸ ਤਰ੍ਹਾਂ ਚਲੇ ਜਾਣ ਅਤੇ ਉਹ ਇੰਨੀਆਂ ਖੁਸ਼ਬੂਆਂ ਆਉਂਦੀਆਂ ਉਹਨਾਂ ਦੀਆਂ, ਉਹ ਕਈ ਦਿਨ ਹਟਦੀਆਂ ਹੀ ਨਹੀਂ ਆਉਣ। ਉਹ ਇਸੇ ਤਰ੍ਹਾਂ ਫਿਰ ਆਉਂਦੀਆਂ ਨੇ ਵੀ ਤਾਂ ਕਿ ਉਹ ਜਦੋਂ ਗੁਰਮੁਖ ਆ ਜਾਂਦੇ ਸੰਗਤ ਦੇ ਵਿੱਚ ਖੁਸ਼ੀ ਹੁੰਦੀ ਉਹਨਾਂ ਨੂੰ, ਕਿਉਂਕਿ ਜਿੱਥੇ ਸਤ ਸੰਗਤ ਹੁੰਦੀ, ਸਿਮਰਨ ਹੁੰਦਾ, ਜਿਵੇਂ ਮਾਲਕ ਨੂੰ ਇਹ ਸਤ ਸੰਗਤ ਬੜੀ ਪਿਆਰੀ ਲੱਗਦੀ, ਇਸੇ ਤਰ੍ਹਾਂ ਜਿਹੜੇ ਗੁਰਮੁਖ ਹੁੰਦੇ ਉਹਨਾਂ ਨੂੰ ਵੀ ਇਹ ਸਤ ਸੰਗਤ ਬੜੀ ਪਿਆਰੀ ਲੱਗਦੀ, ਜਿੱਥੇ ਮਾਲਕ ਦੇ ਗੁਣ ਗਾਏ ਜਾਂਦੇ ਨੇ।
ਸੋ ਤਾਂ ਕਰਕੇ ਫਿਰ ਆਪਾਂ ਨੂੰ ਖੁਸ਼ਬੂ ਆਉਣ ਲੱਗ ਜਾਂਦੀ। ਖਾਸ ਕਰਕੇ ਕਈ ਵਾਰੀ ਸਤਿਗੁਰੂ ਦੀ ਕਿਰਪਾ ਨਾਲ ਮੈਂ ਗੋਇੰਦ ਸਾਹਿਬ 2-3 ਘੰਟੇ ਉੱਥੇ ਰਾਤ ਨੂੰ ਸਿਮਰਨ ਕਰਦਾ, ਜੀ ਉਦੋਂ ਉੱਥੇ ਬਹੁਤ ਸਮੈਲ ਕਈ ਵਾਰੀ। ਹਾਂਜੀ, ਉਹ ਗੁਰਮਤਿ ਕਈ ਵਾਰੀ ਆ ਜਾਂਦੀ ਆਪਣੇ। ਠੀਕ ਹੈ ਜੀ, ਹਾਂਜੀ, ਕਿਰਪਾ ਮਹਾਰਾਜ ਜੀ। ਕਰੀਏ ਜੀ ਸਮਾਪਤ। ਠੀਕ ਹੈ ਜੀ, ਪਹਿਲਾਂ ਠੀਕ ਹੈ ਜੀ, ਹੋਰ ਤਾਂ ਮੁੱਖਾ ਜਾਣਾ ਮੁੱਖਾ। ਹਾਂਜੀ, ਚਲੋ ਥੋੜਾ ਜਿਹਾ ਅਭਿਆਸ ਕਰ ਲਈਏ ਤੇ ਫਿਰ ਸਮਾਪਤੀ ਕਰ ਦਿੰਦੇ ਨੇ। ਆਓ ਕਰੋ ਜੀ ਸ਼ੁਰੂ। ਵਾਹਿਗੁਰੂ 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 ਇਸ ਤਰੀਕੇ ਦੇ ਨਾਲ ਗੁਰਮੁਖ ਪਿਆਰੇ ਇਹ ਹੁਣ ਆਪਾਂ ਵੱਧ ਤੋਂ ਵੱਧ ਅਭਿਆਸ ਕਰਨਾ, ਬਹਿੰਦੇ ਉੱਠਦੇ ਕੰਮ ਕਾਰ ਕਰਦੇ ਇਹ ਆਪਾਂ ਕੀਤੀ ਜਾਣਾ। ਦ੍ਰਿੜ ਮਾਰੇ ਫਰਮਾਉਂਦੇ ਸਦਾ ਸਦਾ ਸਿਮਰ ਦਿਨ ਰਾਤ ਉਦਤ ਬੈਠਤ ਸਾਸ ਗਿਰਾਸ। ਬਈ ਸਦਾ ਇਹਦੇ ਆਵੋ ਬਹਿੰਦੇ ਉੱਠਦੇ ਲਗਾਤਾਰ ਅਭਿਆਸ ਕਰ ਅਤੇ ਗੁਰਬਾਣੀ ਗੁਰੂ ਨੂੰ ਵੱਧ ਤੋਂ ਵੱਧ ਜਦੋਂ ਆਪਾਂ ਪੜ੍ਹਨਾ, ਪੜ੍ਹ ਕੇ ਵਿਚਾਰਨਾ, ਖੋਜਣਾ ਤਾਂ ਕਿ ਆਪਣਾ ਮਨ ਪਰਤੇ ਨਾ ਜਾਵੇ ਕਿ ਜੋ ਸਾਨੂੰ ਸਤਿਗੁਰੂ ਸਮਝਾਉਣਾ ਚਾਹੁੰਦੇ ਸਾਨੂੰ ਉਹਦੀ ਸਮਝ ਲੱਗੇ। ਸਾਡੇ ਵੱਧ ਤੋਂ ਵੱਧ ਆਪਾਂ ਸਤਸੰਗਤ ਕਰਨੀ, ਜਿੰਨੀ ਆਪਾਂ ਸਤਸੰਗਤ ਕਰਾਂਗੇ ਓਨਾ ਹੀ ਆਪਾਂ ਨੂੰ ਲਾਭ।
ਬਾਕੀ ਇਹ ਜੋ ਆਪਾਂ ਵਿਚਾਰ ਕੀਤੀ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਗੁਰਮੁਖ ਜਨਾਂ ਨੇ। ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਕਰਮਾਲਾ ਕਿ ਜੋ ਸਾਡੇ ਜੀਵਨ ਦਾ ਅਸਲ ਮਕਸਦ ਹੈ ਵਾਹਿਗੁਰੂ ਪਰਮਾਤਮਾ ਨੂੰ ਮਿਲਣਾ,